तिनका चाओ। सिर धर तली गली मेरी आओ। इत मार्ग पैर तरीजै सिर दीजै कान न कीजै। इत मार्ग पैर तरीजै सिर दीजै कान न कीजै। कबीर जिस मरनै ते जग डरै मेरै मन आनंद। मरने ही ते पाईयै पूरन परमानंद। कबीर मरता मरता जग मुआ मर भी ना जानै कोय। ऐसी मरनी जो मरै बहुर न मरना होए। ऐसी मरनी जो मरै बहुर न मरना होए। जुग जुग अटल सतगुरु। गुरगद्दी ते सुभाईमान दसां पातशाहियां दी जोत धन गुरु ग्रंथ साहिब जी महाराज जियां दी पावन पवित्र हजूरी विखे जुड़ बैठी साध संगत सतगुरां दियां बेअंत बेअंत बख्शिशां बेअंत रहमतां होईयां हन। गुरु के पावन दरबार विखे गुरु की हजूरी विखे सत संगत रूप च हाजरियां भर रहे हैं। गुरु की पावन पवित्र बाणी दे शब्द कीर्तन प्यार सहित सत्कार सहित आप जी ने श्रवण कीते। इन्हां घड़ियां नूं सफलियां बनाया है। ये जो दिन चल रहे हैं साडे लासानी इतिहास दे नाल संबंधित वो दिन जदों सन 1704 च सरबंसदानी दसम पातशाह धन गुरु गोबिंद सिंह साहब जियां ने आनंदपुर साहब छड्डिया, परिवार विछड़िया और गुरु के साहबजादियां दियां शहादतां होईयां, सिखां दियां शहादतां होईयां, माता गुजरी जी की शहादत हुई। अनेकां शहादतां इन्हां दिनां च होईयां। सो आओ कुछ समां उस इतिहास दियां विचारां दी सांझ पाईए जो इन्हां दिनां दे विच वरतिया। सब तो पहलां गुरु बख्शी फतेह अदब सहित प्रवान करो। आखो जी वाहिगुरु जी का खालसा वाहिगुरु जी की फतेह। धन गुरु नानक देव जी महाराज सच्चे पातशाह जी ने मारिया सिक्का जगत विच नानक निर्मल पंथ चलाया। एक नवे पंथ की आरंभता की, एक निराले पंथ की आरंभता की जिन्हों पहला नानक पंथ कहा गया, सिख पंथ कहा गया, फिर अगे चल के उही निर्मल पंथ खालस पंथ खालसा पंथ का रूप बनया। गुरु महाराज जी ने एक नवेकली एक वखरी विचारधारा सानू बख्शिश की, सच दी विचारधारा। और गुरु नानक देव जी महाराज जी का जिहड़ा रस्ता सी, जिहड़े पहलां दे समाज अंदर संसार अंदर प्रचलित राह सन, रीति रिवाज सन, विचारां हन,
ਉਹਨਾਂ ਸਾਰਿਆਂ ਤੋਂ ਬਿਲਕੁਲ ਵੱਖਰਾ, ਬਿਲਕੁਲ ਨਿਰਾਲਾ ਰਸਤਾ ਗੁਰੂ ਨਾਨਕ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਤੇ ਜਦੋਂ ਗੁਰੂ ਨਾਨਕ ਬਾਬਾ ਜੀ ਨੇ ਸੱਚ ਦੀ ਇਨਕਲਾਬ ਦੀ ਬਿਲਕੁਲ ਵੱਖਰੀ ਨਵੀਂ ਆਵਾਜ਼ ਬੁਲੰਦ ਕੀਤੀ, ਤੇ ਜਿਹੜੇ ਕੁਝ ਪੁਰਾਣੇ ਰਾਹਾਂ ਤੇ ਚੱਲਣ ਵਾਲੇ ਕੱਟੜ ਬਿਰਤੀ ਵਾਲੇ ਸਨ, ਕਰਮਕਾਂਡੀ ਬਿਰਤੀ ਵਾਲੇ ਸਨ, ਅਗਿਆਨੀ ਬਿਰਤੀ ਵਾਲੇ ਸਨ, ਹੰਕਾਰੀ ਬਿਰਤੀ ਵਾਲੇ ਸਨ, ਉਹਨਾਂ ਨੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਵਿਰੋਧ ਕੀਤਾ। ਕਿਉਂਕਿ ਗੁਰੂ ਨਾਨਕ ਬਾਬਾ ਜੀ ਨੇ ਗੱਲ ਕੇਵਲ ਧਾਰਮਿਕ ਪੱਖ ਦੀ ਨਹੀਂ ਕੀਤੀ ਕਿ ਬਸ ਧਰਮ ਦੀ ਗੱਲ ਕੀਤੀ ਤੇ ਕਿਹਾ ਸਿਮਰਨ ਕਰੋ ਤੇ ਗੱਲ ਇੱਥੇ ਹੀ ਖਤਮ। ਨਹੀਂ, ਗੁਰੂ ਨਾਨਕ ਮਹਾਰਾਜ ਜੀ ਨੇ ਸਰਬ ਪੱਖੀ ਵਿਚਾਰ ਸੰਸਾਰ ਦੇ ਸਾਹਮਣੇ ਰੱਖੇ। ਧਾਰਮਿਕ ਉਪਦੇਸ਼, ਧਾਰਮਿਕ ਸਿਧਾਂਤ, ਧਾਰਮਿਕ ਗਿਆਨ ਦੀ ਦਾਤ ਵੀ ਬਖਸ਼ੀ, ਪਰ ਅਸੀਂ ਪਰਿਵਾਰ 'ਚ ਕਿੱਦਾਂ ਰਹਿਣਾ ਹੈ, ਪਰਿਵਾਰਕ ਵਿਚਾਰਧਾਰਾ ਦੀ ਦਾਤ ਵੀ ਬਖਸ਼ੀ ਕਿ ਕਿਵੇਂ ਅਸੀਂ ਪਰਿਵਾਰ 'ਚ ਰਹਿਣਾ ਹੈ। ਫਿਰ ਸਮਾਜ 'ਚ ਕਿਵੇਂ ਰਹਿਣਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਾਜਿਕ ਪੱਖ ਦੀਆਂ ਵਿਚਾਰਾਂ ਵੀ ਸਾਨੂੰ ਬਖਸ਼ਿਸ਼ ਕੀਤੀਆਂ, ਉਪਦੇਸ਼ ਬਖਸ਼ੇ। ਫਿਰ ਰਾਜਨੀਤਿਕ ਪੱਖ ਦੀ ਵਿਚਾਰ ਵੀ ਗੁਰੂ ਨਾਨਕ ਮਹਾਰਾਜ ਜੀ ਨੇ ਬਖਸ਼ੀ। ਤੇ ਜੋ ਸਮੇਂ ਦੇ ਰਾਜਨੀਤਿਕ ਲੋਕ ਕਰ ਰਹੇ ਸਨ, ਉਹਨਾਂ ਤੇ ਵੀ ਗੁਰੂ ਨਾਨਕ ਬਾਬਾ ਜੀ ਨੇ ਤੰਜ ਕੱਸੇ ਕਿ ਤੁਸੀਂ ਰਾਜੇ ਹੋ, ਰਾਜੇ ਦਾ ਮਤਲਬ ਹੁੰਦਾ ਹੈ ਪਰਜਾ ਦਾ ਭਲਾ ਕਰਨਾ, ਪਰ ਤੁਸੀਂ ਆਪ ਵੀ ਲੁੱਟਦੇ ਪਏ ਜੇ। ਤੁਹਾਡੇ ਤੋਂ ਥੱਲੇ ਵਾਲੇ ਅਹੁਦਿਆਂ ਵਾਲੇ ਐਲਕਾਰ ਵੀ ਲਗਾਤਾਰ ਲੁੱਟ ਰਹੇ ਹਨ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਕਹਿਣ ਦਾ ਭਾਵ ਕਿ ਜਦੋਂ ਇਹ ਇੱਕ ਨਵੇਕਲੀ ਇਨਕਲਾਬੀ ਸਰਬ ਪੱਖੀ ਵਿਚਾਰ ਗੁਰੂ ਨਾਨਕ ਮਹਾਰਾਜ ਜੀ ਨੇ ਸਮਾਜ ਦੇ ਸਾਹਮਣੇ ਰੱਖੀ, ਬਹੁਤ ਸਾਰੇ ਲੋਕ ਗੁਰੂ ਨਾਨਕ ਜੀ ਦੇ ਵਿਰੋਧੀ ਬਣ ਗਏ, ਜਿਨ੍ਹਾਂ ਨੇ ਸੋਚਿਆ ਕਿ ਖਤਮ ਕਰ ਦੇਵੋ ਗੁਰੂ ਨਾਨਕ ਸਾਹਿਬ ਨੂੰ। ਬੜੀ ਤਰ੍ਹਾਂ ਦੇ ਢੰਗ ਤਰੀਕੇ ਵੀ ਉਹਨਾਂ ਵੱਲੋਂ ਵਰਤੇ ਗਏ, ਪਰ ਉਹਨਾਂ ਦੀਆਂ ਸਾਜ਼ਿਸ਼ਾਂ ਸਫਲ ਨਹੀਂ ਹੋਈਆਂ। ਇਦੋਂ ਬਾਅਦ ਗੁਰੂ ਨਾਨਕ ਦੇ ਘਰ ਦਾ ਸਫ਼ਰ ਵੇਖੋ ਅੱਗੇ ਤੋਂ ਅੱਗੇ ਚੱਲਿਆ 10ਵੇਂ ਪਾਤਸ਼ਾਹ ਤੱਕ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਵਿਚਾਰਧਾਰਾ ਨੂੰ ਖਤਮ ਕਰਨ ਦੇ ਬੜੇ ਯਤਨ ਹੋਏ ਕਿ ਜਿਹੜੀਆਂ ਵਿਚਾਰਾਂ ਗੁਰੂ ਨਾਨਕ ਸਾਹਿਬ ਨੇ ਇਨਕਲਾਬੀ ਸੰਸਾਰ ਸਾਹਮਣੇ ਰੱਖੀਆਂ, ਉਹ ਵਿਚਾਰਾਂ ਖਤਮ ਕਰ ਦਈਏ। ਪਰ ਜਦੋਂ ਉਹ ਵਿਚਾਰਧਾਰਾ ਨੂੰ ਉਹ ਲੋਕ ਖਤਮ ਨਾ ਕਰ ਸਕੇ, ਫਿਰ ਉਹਨਾਂ ਸੋਚਿਆ ਜਿਹੜੇ ਇਹ ਵਿਚਾਰ ਦੇਂਦੇ ਪਏ ਨੇ, ਇਹਨਾਂ ਨੂੰ ਖਤਮ ਕਰ ਦੇਵੋ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜੰਗਾਂ ਹੋਈਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਜੰਗਾਂ ਹੋਈਆਂ। ਭਾਵੇਂ ਇਹ ਸਾਨੂੰ ਲੱਗਦਾ ਹੈ ਕਿ ਬਾਹਰੀ ਤੌਰ ਤੇ ਦੋ ਧਿਰਾਂ ਦੀ ਜੰਗ ਚੱਲਦੀ ਪਈ ਹੈ, ਪਰ ਅਸਲ ਦੇ ਵਿੱਚ ਜਦੋਂ ਆਪਾਂ ਬਰੀਕੀ 'ਚ ਜਾਂਦੇ ਹਾਂ, ਫਿਰ ਪਤਾ ਲੱਗਦਾ ਇਹ ਦੋ ਵਿਚਾਰਾਂ ਦੀ ਜੰਗ ਹੈ। ਇੱਕ ਬਾਬਰ ਦੀ ਵਿਚਾਰ ਹੈ, ਇੱਕ ਬਾਬਾ ਜੀ ਦੀ ਗੁਰੂ ਨਾਨਕ ਸਾਹਿਬ ਦੀ ਵਿਚਾਰ ਹੈ। ਇੱਕ ਸੱਚ ਦੀ ਵਿਚਾਰ ਹੈ, ਇੱਕ ਕੂੜ ਦੀ ਵਿਚਾਰ ਹੈ। ਇੱਕ ਵਿਚਾਰ ਦੇ ਪਿੱਛੇ ਭਰਮ, ਪਖੰਡ, ਲੁੱਟ ਖਸੁੱਟ ਦੀ ਗੱਲ ਹੈ, ਇੱਕ ਵਿਚਾਰਧਾਰਾ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਖੈਰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਸ਼ਹਾਦਤ ਹੋਈ, ਸਤਿਗੁਰੂ ਤਿਲਕ ਜੰਜੂ ਦੇ ਰਾਖੇ ਬਣ ਕੇ ਦੂਜਿਆਂ ਦੇ ਧਰਮ ਦੀ ਖਾਤਰ, ਦੂਜਿਆਂ ਦੇ ਵਿਚਾਰਾਂ ਦੀ ਖਾਤਰ, ਜਾਨਾਂ ਦੀ ਖਾਤਰ ਆਪਣੀ ਜਾਨ ਨੂੰ ਕੁਰਬਾਨ ਕਰਦੇ ਹਨ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਆਨੰਦਪੁਰ ਸਾਹਿਬ 9 ਸਾਲਾਂ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰਗੱਦੀ ਦੇ ਤਖਤ ਤੇ ਸੁਭਾਏਮਾਨ ਹੋਏ ਨੇ, ਪਹਿਲਾ ਨਾਮ ਗੋਬਿੰਦ ਰਾਏ, ਫਿਰ ਗੁਰੂ ਬਣੇ ਤੇ ਨਾਮ ਬਣ ਗਿਆ ਗੁਰੂ ਗੋਬਿੰਦ ਰਾਏ। ਸਮੇਂ ਨੂੰ ਮਹਾਰਾਜ ਜੀ ਨੇ ਸਮੁੱਚੇ ਹਾਲਾਤਾਂ ਨੂੰ ਵੇਖਿਆ ਕਿ ਹੁਣ ਇਹ ਨਹੀਂ ਹੈ ਕਿ ਬਸ ਰੋਜ਼-ਰੋਜ਼ ਅਸੀਂ ਸੇਰੀ ਦੇਂਦੇ ਰਹੀਏ। ਜ਼ੁਲਮ ਦੇ ਵਿਰੁੱਧ ਖੜਨਾ ਪਵੇਗਾ, ਲੜਨਾ ਪਵੇਗਾ। ਮਹਾਰਾਜ ਨੇ ਫੌਜਾਂ ਰੱਖੀਆਂ, ਸ਼ਸਤਰ ਰੱਖੇ, ਰਣਜੀਤ ਨਗਾਰਾ ਰੱਖਿਆ, ਹਰ ਤਰ੍ਹਾਂ ਦਾ ਜੰਗੀ ਪ੍ਰਬੰਧ ਕੀਤਾ, ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਹਮਲੇ ਕੀਤੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਨ੍ਹਾਂ ਸ਼ਹੀਦ ਕੀਤਾ, ਉਹਨਾਂ ਇੱਕ ਨਾ ਇੱਕ ਦਿਨ ਸਾਡੇ ਤੇ ਹਮਲਾ ਕਰਨਾ ਹੀ ਕਰਨਾ ਹੈ, ਅਟੈਕ ਕਰਨਾ ਹੀ ਕਰਨਾ ਹੈ।
ਤੇ ਉਸ ਸਮੇਂ ਦੇ ਨਾਲ ਵੇਖੋ ਅਨੰਦਪੁਰ ਸਾਹਿਬ ਵਿਖੇ ਬੜੀਆਂ ਜੰਗਾਂ ਹੋਈਆਂ, ਪਹਾੜੀ ਰਾਜਿਆਂ ਨੇ ਹਮਲੇ ਕੀਤੇ, ਜੰਗਾਂ ਹੋਈਆਂ। ਇਸੇ ਤਰ੍ਹਾਂ ਮੁਗਲ ਫੌਜਾਂ ਨੇ ਹਮਲੇ ਕੀਤੇ ਤੇ ਜੰਗਾਂ ਹੋਈਆਂ। ਹਰ ਜੰਗ ਦੇ ਵਿੱਚ ਗੁਰੂ ਕੇ ਯੋਧੇ ਬੜੀ ਬਹਾਦਰੀ ਦੇ ਨਾਲ ਲੜਦੇ ਰਹੇ ਤੇ ਵੱਡੇ ਵੱਡੇ ਹੰਕਾਰੀਆਂ ਨੂੰ ਖੁਆਰ ਹੋ ਕੇ ਹਾਰ ਦਾ ਮੂੰਹ ਵੇਖ ਕੇ ਵਾਪਸ ਪਰਤਣਾ ਪਿਆ। 1699 ਈਸਵੀ ਦੀ ਵਿਸਾਖੀ ਤੇ ਸਤਿਗੁਰਾਂ ਨੇ ਖੰਡੇ ਦੀ ਧਾਰ ਚੋਂ ਖਾਲਸਾ ਪ੍ਰਗਟ ਕੀਤਾ ਤੇ ਸਰਬ ਸਾਂਝੀ ਵਿਚਾਰਧਾਰਾ ਫੇਰ ਸਾਹਮਣੇ ਰੱਖੀ ਕਿ ਇੱਕੋ ਬਾਟੇ ਦੇ ਵਿੱਚੋਂ ਸਾਰੇ ਅੰਮ੍ਰਿਤਪਾਨ ਕਰੋ। ਇਤਿਹਾਸ ਕਹਿੰਦਾ ਜਦੋਂ ਪਹਾੜੀ ਰਾਜਿਆਂ ਨੇ ਅੰਮ੍ਰਿਤ ਦੀ ਜੋ ਵੀ 1699 ਈਸਵੀ ਦੀ ਵਿਸਾਖੀ ਤੇ ਸਾਰੀ ਘਟਨਾ ਵਰਤੀ ਸੀ, ਸਾਰਾ ਕੁਝ ਸੁਣਿਆ, ਉਹ ਕਹਿਣ ਲੱਗੇ ਮਹਾਰਾਜ ਅਸੀਂ ਵੀ ਅੰਮ੍ਰਿਤ ਛਕਾਂਗੇ, ਪਰ ਸਾਡੀ ਇੱਕ ਸ਼ਰਤ ਹੈ ਕਿ ਸਾਡੇ ਲਈ ਅੰਮ੍ਰਿਤ ਦਾ ਬਾਟਾ ਤੁਹਾਨੂੰ ਵੱਖਰਾ ਤਿਆਰ ਕਰਨਾ ਪਵੇਗਾ, ਕਿਉਂਕਿ ਅਸੀਂ ਉੱਚੇ ਲੋਕ, ਉੱਚੀਆਂ ਬਰਾਦਰੀਆਂ ਦੇ ਨਾਲ ਸੰਬੰਧਿਤ ਲੋਕ, ਤੇ ਤੁਸੀਂ ਇੱਕੋ ਬਾਟੇ 'ਚੋਂ ਸਾਰਿਆਂ ਨੂੰ ਅੰਮ੍ਰਿਤ ਛਕਾਉਂਦੇ ਹੋ, ਅਸੀਂ ਇਹਨਾਂ ਦੇ ਨਾਲ ਇੱਕੋ ਬਾਟੇ 'ਚੋਂ ਅੰਮ੍ਰਿਤ ਨਹੀਂ ਛਕ ਸਕਦੇ। ਤੇ ਦਸਮ ਪਾਤਸ਼ਾਹ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਅਸੀਂ ਅੰਮ੍ਰਿਤ ਦਾ ਬਾਟਾ ਮਨੁੱਖਤਾ ਨੂੰ ਇੱਕ ਕਰਨ ਦੇ ਲਈ ਤਿਆਰ ਕੀਤਾ ਹੈ ਤੇ ਤੁਸੀਂ ਅੰਮ੍ਰਿਤ ਦੇ ਬਾਟੇ 'ਚ ਵੰਡੀਆਂ ਪਾ ਰਹੇ ਹੋ, ਇਹ ਚੀਜ਼ ਬਰਦਾਸ਼ਤ ਨਹੀਂ ਹੋ ਸਕਦੀ। ਵੇਖੋ ਗੁਰੂ ਨਾਨਕ ਜੀ ਦੇ ਘਰ ਦੀ ਜਿਹੜੀ ਵਿਚਾਰਧਾਰਾ ਹੈ ਨਾ, ਉਹ ਇੱਕ ਦੀ ਵਿਚਾਰਧਾਰਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਰੰਭਤਾ ਹੀ ਇੱਕ ਓੰਕਾਰ ਤੋਂ ਹੁੰਦੀ ਹੈ। ਇੱਕ ਦੀ ਗੱਲ ਗੁਰੂ ਸਾਹਿਬਾਨਾਂ ਨੇ ਕੀਤੀ ਹੈ ਕਿ ਉਸ ਇੱਕ ਅਕਾਲ ਪੁਰਖ ਤੋਂ ਅਸੀਂ ਸਾਰੇ ਪੈਦਾ ਹੋਏ ਹਾਂ, ਅਸੀਂ ਉਸ ਅਕਾਲ ਪੁਰਖ ਦੇ ਬੱਚੇ ਹਾਂ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਫਿਰ ਮਹਾਰਾਜ ਕਹਿੰਦੇ ਏਕ ਪਿਤਾ ਏਕਸ ਕੇ ਹਮ ਬਾਰਕ। ਜਾਂ ਫਿਰ ਦਸਮ ਪਾਤਸ਼ਾਹ ਜੀ ਦੇ ਬਚਨ ਹਨ ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਸਾਰੇ ਆਪਾਂ ਇੱਕ ਹਾਂ। ਸਮੇਂ ਦੇ ਨਾਲ ਵੇਖੋ ਹਾਲਾਤਾਂ ਦੇ ਨਾਲ ਸਾਡੀਆਂ ਵੰਡੀਆਂ ਵੱਖਰੀਆਂ ਵੱਖਰੀਆਂ ਬਣੀਆਂ ਪਈਆਂ ਨੇ, ਪਰ ਇਹ ਗੁਰਮਤ ਦੇ ਅਕੋਰਡਿੰਗ, ਗੁਰਮਤ ਦੇ ਅਨੁਸਾਰ ਨਹੀਂ ਹਨ। ਆਪਾਂ ਉੱਥੇ ਗੁਰਮਤ ਤੋਂ ਵੱਖਰੇ ਹੋ ਜਾਂਦੇ ਹਾਂ ਜਦੋਂ ਆਪਾਂ ਵੰਡੀਆਂ ਦੀ ਗੱਲ ਕਰਦੇ ਹਾਂ, ਭਾਵੇਂ ਉਹ ਜਾਤ ਪਾਤ ਦੀਆਂ ਵੰਡੀਆਂ ਨੇ, ਭਾਵੇਂ ਜਿਵੇਂ ਆਪਾਂ ਇਲਾਕਿਆਂ ਦੀਆਂ ਵੰਡੀਆਂ ਦੀ ਗੱਲ ਕਰਦੇ, ਮਾਝੇ ਮਾਲਵੇ ਦੁਆਬੇ ਵਾਲੀ, ਉਹ ਵੀ ਵੇਖੋ ਗੁਰੂ ਕਾ ਸਿਧਾਂਤ ਨਹੀਂ ਹੈ। ਜਾਂ ਆਪਾਂ ਦੇਸੀ ਪਰਦੇਸੀ ਵਾਲੀ ਵੀ ਜਿਹੜੀ ਗੱਲ ਕਰਦੇ ਹਾਂ, ਉਹ ਗੁਰੂ ਦੇ ਸਿਧਾਂਤ ਦੀ ਗੱਲ ਨਹੀਂ ਹੈ। ਗੁਰੂ ਘਰ ਗੁਰਸਿੱਖੀ ਦੇ ਅੰਦਰ ਤੇ ਸਾਰੇ ਇੱਕੋ ਹਨ। ਕਈ ਵਾਰ ਇੱਥੇ ਵੀ ਆਪਾਂ ਅਕਸਰ ਸ਼ਬਦ ਵਰਤਦੇ ਦੇਖਦੇ ਹਾਂ ਦੇਸੀ ਜਾਂ ਹੋਰ, ਪਰ ਦੇਖੋ ਜਿੰਨੇ ਵੀ ਗੁਰੂ ਘਰ ਦੇ ਵਿੱਚ ਆਉਂਦੇ ਨੇ, ਇੱਥੇ ਆ ਕੇ ਸਾਰੇ ਗੁਰੂ ਦੀ ਸੰਗਤ ਦਾ ਰੂਪ ਹੁੰਦੇ ਨੇ। ਇੱਥੇ ਕੋਈ ਵੱਖਰੇ ਵੱਖਰੇ ਨਹੀਂ ਹੁੰਦੇ ਹਨ ਕਿ ਆਪਾਂ ਵੱਖਰੇ ਵੱਖਰੇ ਨਾਮ ਲੈ ਕੇ ਸਦੀਏ। ਜਿਹੜੇ ਗੁਰੂ ਕੀ ਹਜ਼ੂਰੀ 'ਚ ਆ ਗਏ, ਗੁਰੂ ਕੇ ਦਰਬਾਰ 'ਚ, ਗੁਰੂ ਦੇ ਦਰ ਤੇ ਜਿਹੜੇ ਆ ਗਏ, ਉਹ ਫਿਰ ਜੈ ਸਤਿਗੁਰ ਤੈ ਸਤ ਸੰਗਤ ਬਣਾਈ। ਉੱਥੇ ਫਿਰ ਗੁਰੂ ਦੀ ਸੰਗਤ ਹੀ ਹੈ ਤੇ ਗੁਰੂ ਦੀ ਸੰਗਤ ਗੁਰੂ ਦਾ ਹੀ ਰੂਪ ਹੁੰਦਾ ਹੈ। ਜੇ ਆਪਾਂ ਕਿਸੇ ਦੇ ਨਾਲ ਵਿਤਕਰਾ ਕਰਾਂਗੇ ਤੇ ਸਮਝੋ ਉਹ ਆਪਾਂ ਗੁਰੂ ਨਾਲ ਹੀ ਵਿਤਕਰਾ ਕਰ ਰਹੇ। ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਹਾੜੀ ਰਾਜੇ ਕਹਿਣ ਲੱਗੇ ਜੀ ਅਸੀਂ ਵੀ ਅੰਮ੍ਰਿਤ ਛਕ ਲਵਾਂਗੇ, ਪਰ ਸਾਡੇ ਲਈ ਅੰਮ੍ਰਿਤ ਦਾ ਬਾਟਾ ਵੱਖਰਾ ਤਿਆਰ ਕਰ ਦੇਵੋ। ਆ ਬਾਕੀਆਂ ਦੇ ਨਾਲ ਅਸੀਂ ਥੋੜਾ ਛਕਣਾ, ਅਸੀਂ ਤੇ ਵੱਖਰੇ ਆ, ਉਚੇਚੇ ਆ, ਖਾਸ ਆ। ਈਗੋ, ਇੱਕ ਹੰਕਾਰ। ਤੇ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਇਦਾਂ ਨਹੀਂ ਹੋ ਸਕਦਾ ਹੈ। ਅੰਮ੍ਰਿਤ ਦਾ ਬਾਟਾ ਅਸੀਂ ਮਨੁੱਖਤਾ ਨੂੰ ਇੱਕ ਕਰਨ ਦੇ ਲਈ ਤਿਆਰ ਕੀਤਾ ਹੈ ਤੇ ਤੁਸੀਂ ਅੰਮ੍ਰਿਤ ਦੇ ਬਾਟੇ ਦੇ ਵਿੱਚ ਹੀ ਵੰਡੀਆਂ ਪਾਉਣੀਆਂ ਚਾਹੁੰਦੇ ਹੋ, ਇਹ ਬਰਦਾਸ਼ਤ ਨਹੀਂ ਹੋ ਸਕਦਾ ਹੈ। ਕਿਉਂਕਿ ਜਦੋਂ ਆਪਾਂ ਅੰਮ੍ਰਿਤ ਛਕ ਲੈਂਦੇ ਹਾਂ ਤੇ ਵੇਖੋ ਉਦੋਂ ਇੱਕ ਗੁਰਸਿੱਖੀ ਪਰਿਵਾਰ ਦੇ ਵਿੱਚ ਸ਼ਾਮਲ ਹੋ ਜਾਂਦੇ ਹਾਂ। ਜਿੱਥੇ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਆਨੰਦਪੁਰ ਦੇ ਵਾਸੀ, ਕੇਸਗੜ੍ਹ ਸਾਡਾ ਜਨਮ ਅਸਥਾਨ ਬਣਦਾ, ਖਾਲਸਾ ਪੰਥ ਰੂਪ ਬਣਦੇ ਆਪਾਂ, ਵੰਡੀ ਕੋਈ ਨਹੀਂ। ਇਹ ਫਿਰ ਕਹਿਣ ਲੱਗੇ ਜੀ ਜੇ ਤੁਸੀਂ ਸਾਡੀ ਸ਼ਰਤ ਨੂੰ ਨਾ ਮੰਨਿਆ ਤੇ ਫਿਰ ਤੁਹਾਡਾ ਇੱਥੇ ਰਹਿਣਾ ਔਖਾ ਹੋ ਜਾਵੇਗਾ, ਅਸੀਂ ਤੁਹਾਨੂੰ ਆਨੰਦਪੁਰ ਰਹਿਣ ਕੋਈ ਨਹੀਂ ਦੇਵਾਂਗੇ, ਅਸੀਂ ਤੁਹਾਡਾ ਆਨੰਦਪੁਰ ਤਹਿਸ ਨਹਿਸ ਕਰ ਦੇਵਾਂਗੇ, ਅਸੀਂ ਤੁਹਾਡਾ ਪਰਿਵਾਰ ਖਤਮ ਕਰ ਦੇਵਾਂਗੇ ਜੇ ਤੁਸੀਂ ਸਾਡੀ ਸ਼ਰਤ ਨਾ ਮੰਨੀ।
ਤੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਜੋ ਕਰਨਾ ਹੈ ਕਰੋ, ਸਮਾਂ ਆਵੇਗਾ, ਜੋ ਹੋਏਗਾ ਦੇਖਿਆ ਜਾਏਗਾ, ਪਰ ਸਿਧਾਂਤ ਦੇ ਨਾਲ ਸਮਝੌਤਾ ਕੋਈ ਨਹੀਂ ਹੈ, ਵਿਚਾਰਧਾਰਾ ਦੇ ਨਾਲ ਸਮਝੌਤਾ ਕੋਈ ਨਹੀਂ ਹੈ। ਹੁਣ ਵੇਖੋ, ਇੱਕ ਪਾਸੇ ਸਾਡੇ ਗੁਰੂ ਨੇ ਆਪਣਾ ਪਰਿਵਾਰ ਤੱਕ ਕੁਰਬਾਨ ਕਰ ਦਿੱਤਾ ਕਿ ਜਿਹੜਾ ਸਿਧਾਂਤ ਹੈ ਨਾ, ਇੱਕ ਦਾ ਸਿਧਾਂਤ, ਉਹਦੇ 'ਚ ਅਸੀਂ ਕਿਸੇ ਤਰ੍ਹਾਂ ਦਾ ਸਮਝੌਤਾ ਕੋਈ ਨਹੀਂ ਕਰਨਾ। ਦੂਜੇ ਪਾਸੇ ਅਸੀਂ ਇਤਿਹਾਸ ਰੂਪੀ ਸ਼ੀਸ਼ੇ 'ਚੋਂ, ਗੁਰਬਾਣੀ ਰੂਪੀ ਸ਼ੀਸ਼ੇ 'ਚੋਂ ਵੇਖੀਏ ਅਸੀਂ ਆਪ ਕਿੱਥੇ ਖੜੇ ਹਾਂ। ਗੁਰੂ ਸਾਡਾ ਇੱਕ ਕਰਦਾ, ਅਸੀਂ ਵੰਡੀਆਂ ਪਾ ਰਹੇ ਹਾਂ। ਉਹ ਕਹਿਣ ਲੱਗੇ ਅਸੀਂ ਆਨੰਦਪੁਰ ਨਹੀਂ ਰਹਿਣ ਦੇਵਾਂਗੇ। ਮਹਾਰਾਜ ਕਹਿਣ ਲੱਗੇ ਜੋ ਹੋਵੇਗਾ ਦੇਖਿਆ ਜਾਏਗਾ। ਉਦੋਂ ਬਾਅਦ ਇਹਨਾਂ ਪਹਾੜੀ ਰਾਜਿਆਂ ਨੇ ਈਰਖਾ ਦੀ ਇੰਤਹਾ ਕਰਦਿਆਂ 4 ਸਾਲਾਂ ਦੇ ਵਿੱਚ 4 ਵੱਡੀਆਂ ਜੰਗਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਲੜੀਆਂ ਕਿ ਆਨੰਦਪੁਰ ਤਬਾਹ ਕਰ ਦਈਏ, ਗੁਰੂ ਨੂੰ ਖਤਮ ਕਰ ਦਈਏ, ਗੁਰੂ ਦਾ ਪਰਿਵਾਰ ਖਤਮ ਕਰ ਦਈਏ, ਪਰ ਗੱਲ ਨਾ ਬਣੀ। ਉਹ ਫਿਰ ਇਤਿਹਾਸ ਕਹਿੰਦਾ ਔਰੰਗਜ਼ੇਬ ਕੋਲ ਗਏ, ਵਜ਼ੀਰ ਖਾਨ ਦੇ ਕੋਲ ਗਏ, ਲਾਹੌਰ ਦੇ ਹਾਕਮ ਦੇ ਕੋਲ ਗਏ। ਇਹਨਾਂ ਨੇ ਬੜੀਆਂ ਫੌਜਾਂ ਦਾ ਇੱਕ ਵੱਡਾ ਘੇਰਾ ਆਨੰਦਪੁਰ ਦੇ ਦੁਆਲੇ ਪਾ ਲਿਆ, ਜਿਹੜਾ ਘੇਰਾ 8 ਮਹੀਨੇ ਲਗਾਤਾਰ ਰਿਹਾ, ਪਰ ਆਨੰਦਪੁਰ ਨੂੰ ਇਹ ਫਿਰ ਵੀ ਨਾ ਜਿੱਤ ਸਕੇ। ਗੁਰੂ ਕੇ ਸਿੱਖ ਅਖੀਰਲੇ ਦਮ ਤੱਕ ਲੜਦੇ ਰਹੇ। ਫਿਰ ਇਹਨਾਂ ਨੇ ਝੂਠੀਆਂ ਕਸਮਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਔਰੰਗਜ਼ੇਬ ਨੇ ਕਸਮਾਂ ਖਾਧੀਆਂ ਕਿ ਜੀ ਇੱਕ ਵਾਰ ਆਨੰਦਪੁਰ ਛੱਡ ਕੇ ਚਲੇ ਜਾਓ, ਸਾਡੀ ਇੱਜ਼ਤ ਦਾ ਸਵਾਲ ਹੈ, ਉਦੋਂ ਬਾਅਦ ਤੁਸੀਂ ਆਨੰਦਪੁਰ ਭਾਵੇਂ ਵਾਪਸ ਪਰਤ ਆਇਓ। ਪਰ ਸਤਿਗੁਰੂ ਜਾਣਦੇ ਸਨ ਕਿ ਨਾ ਇਹ ਪਹਾੜੀ ਲੋਕ, ਪਹਾੜੀ ਰਾਜੇ ਭਰੋਸੇ ਦੇ ਯੋਗ ਹਨ, ਨਾ ਮੁਗਲ ਲੋਕ ਭਰੋਸੇ ਦੇ ਯੋਗ ਹਨ। ਪਰ ਉਹ ਸਾਡਾ ਇਤਿਹਾਸ ਬੜਾ ਲੰਬਾ ਚੌੜਾ ਹੈ, ਆਪਾਂ ਕੇਵਲ ਸੀਮਤ ਜੀਆਂ ਵਿਚਾਰਾਂ ਕਰਨੀਆਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਨੰਦਪੁਰ ਛੱਡਣਾ ਪਿਆ। ਮੈਂ ਪਿਛਲੇ ਵਰੇ ਵੀ ਇਹ ਬੇਨਤੀ ਆਪ ਜੀ ਦੇ ਸਾਹਮਣੇ ਰੱਖੀ ਸੀ ਕਿ ਜਿਹੜਾ ਆਨੰਦਪੁਰ ਛੱਡਣ ਦਾ ਡਿਸੀਜਨ ਸੀ ਨਾ, ਅਸਲ ਦੇ ਵਿੱਚ ਉਹ ਸਿੱਖਾਂ ਦਾ ਫੈਸਲਾ ਸੀ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਚਾਹੁੰਦੇ ਸਨ ਕਿ ਅਜੇ ਆਨੰਦਪੁਰ ਛੱਡਿਆ ਜਾਏ, ਪਰ ਜਦੋਂ ਉਹ ਪਹਾੜੀ ਰਾਜਿਆਂ ਦੀਆਂ ਝੂਠੀਆਂ ਕਸਮਾਂ ਦਾ ਪੱਤਰ ਆਇਆ ਨਾ, ਤੇ ਗੁਰੂ ਕਲਗੀਧਰ ਮਹਾਰਾਜ ਬੈਠੇ, ਸਿੱਖ ਉੱਥੇ, ਮਾਂ ਗੁਜਰੀ ਉੱਥੇ, ਗੁਰੂ ਕਾ ਪਰਿਵਾਰ ਉੱਥੇ, ਵਿਚਾਰ ਚੱਲੀ। ਕਿਉਂਕਿ 6 ਤੇ 7 ਪੋਹ ਦੀ ਕਰੀਬਨ ਅੱਧੀ ਰਾਤ ਆਨੰਦਪੁਰ ਨੂੰ ਛੱਡਿਆ ਗਿਆ। ਦਿਨ ਵੇਲੇ ਵੀ ਛੱਡਿਆ ਜਾ ਸਕਦਾ ਸੀ, ਪਰ ਉਹ ਵਿਚਾਰ ਕਰਦਿਆਂ ਕਰਦਿਆਂ ਗੱਲ ਇੰਨੀ ਲੰਬੀ ਚਲੀ ਗਈ ਕਿ ਅੱਧੀ ਰਾਤ ਜਾ ਕੇ ਫੈਸਲਾ ਹੋਇਆ ਕਿ ਆਨੰਦਪੁਰ ਛੱਡ ਦਿੰਦੇ ਹਾਂ ਤੇ ਫਿਰ ਹੁਣੇ ਹੀ ਛੱਡ ਕੇ ਚੱਲਦੇ। ਉਹ ਇਤਿਹਾਸ ਕਹਿੰਦਾ ਹੈ ਕਿ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਕਿ ਸਿੱਖੋ, ਜਦੋਂ ਸਿੱਖ ਜਿੱਦ ਕਰਦੇ ਨੇ ਕਿ ਮਹਾਰਾਜ ਚਲੋ ਆਨੰਦਪੁਰ ਛੱਡ ਕੇ ਜਾਂਦੇ ਹਾਂ, 8 ਮਹੀਨੇ ਹੋ ਗਏ ਲੜਦਿਆਂ, ਕੀ ਹੋਏਗਾ, ਬਾਹਰ ਹਮਲਾ ਹੀ ਕਰ ਦੇਣਗੇ ਮੁਗਲ, ਇੱਥੇ ਵੀ ਭੁੱਖ ਪਿਆਸ ਕਰਕੇ ਮਰਨਾ ਹੈ, ਬਾਹਰ ਲੜਦਿਆਂ ਮਰ ਜਾਵਾਂਗੇ। ਤੇ ਇਤਿਹਾਸ ਕਹਿੰਦਾ ਸਤਿਗੁਰਾਂ ਨੇ ਕਿਹਾ ਕਿ ਸਿੱਖੋ 8 ਦਿਨ ਹੋਰ ਰੁਕ ਜਾਓ, ਫਿਰ ਆਪਾਂ ਆਨੰਦਪੁਰ ਛੱਡਾਂਗੇ। ਤੇ ਸਿੱਖ ਕਹਿਣ ਲੱਗੇ ਮਹਾਰਾਜ 8 ਦਿਨ ਹੋਰ ਰੁਕਿਆ ਹੁਣ ਕੀ ਹੋਣਾ ਹੈ? 8 ਦਿਨ ਰੁਕਿਆ ਕੀ ਹੋਣਾ? 8 ਦਿਨਾਂ ਬਾਅਦ ਵੀ ਤੇ ਆਨੰਦਪੁਰ ਛੱਡਣਾ ਹੀ ਹੈ, ਤੇ ਫਿਰ ਅੱਜ ਹੀ ਛੱਡ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ 8 ਦਿਨ ਨਹੀਂ ਤੇ ਫਿਰ 8 ਪਹਿਰ ਹੋਰ ਰੁਕ ਜਾਂਦੇ ਹਾਂ। ਅੱਧੀ ਰਾਤ ਜਦੋਂ ਵਿਚਾਰ ਚੱਲ ਰਹੀ, ਸਿੱਖ ਕਹਿਣ ਲੱਗੇ ਮਹਾਰਾਜ 8 ਪਹਿਰਾਂ ਬਾਅਦ ਵੀ ਜਾਣਾ ਤੇ ਫਿਰ ਹੁਣੇ ਹੀ ਚੱਲ ਪੈਂਦੇ ਆ। ਫਿਰ ਸਤਿਗੁਰਾਂ ਨੇ ਇਤਿਹਾਸ ਕਹਿੰਦਾ ਇੱਥੋਂ ਤੱਕ ਕਿਹਾ ਹੈ ਕਿ ਸਿੱਖੋ 8 ਘੜੀਆਂ ਹੋਰ ਰੁਕ ਜਾਓ, ਪਰ ਸਿੱਖ ਕਹਿਣ ਲੱਗੇ ਮਹਾਰਾਜ ਹੁਣ 8 ਘੜੀਆਂ ਵੀ ਹੋਰ ਕੀ ਰੁਕਣਾ, 8 ਘੜੀਆਂ ਨੂੰ ਵੀ ਚੱਲਣਾ ਤੇ ਹੁਣੇ ਹੀ ਚੱਲ ਪਈਏ। ਮਹਾਰਾਜ ਸੱਚੇ ਪਾਤਸ਼ਾਹ ਵੇਖੋ ਅੰਤਰਜਾਮੀ ਸਤਿਗੁਰੂ ਜਾਣਦੇ ਸਨ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਰਤਣਾ ਹੈ ਜੇ ਅਸੀਂ ਆਨੰਦਪੁਰ ਤੋਂ ਬਾਹਰ ਪੈਰ ਰੱਖ। ਕਈ ਵਾਰ ਵੇਖੋ ਆਪਾਂ ਕਹਿੰਦੇ ਆ ਬਸ ਪਲ 2 ਪਲ ਦੇ ਸਬਰ ਦੀ ਗੱਲ ਹੈ। ਕਈ ਵਾਰ ਕਈ ਜਗ੍ਹਾ ਤੇ ਉਹ ਕੋਈ ਘਰ ਦਾ ਪਰਿਵਾਰ ਦਾ ਜੀ ਘਰੋਂ ਬਾਹਰ ਗਿਆ ਤੇ ਜੇ ਬਾਹਰ ਨਿਕਲਿਆ ਤੇ ਇੱਕਦਮ ਕੋਈ ਹਾਦਸਾ ਵਰਤ ਗਿਆ। ਅਸੀਂ ਕਹਿੰਦੇ ਕੋਈ 2 ਪਲ ਰੁਕ ਜਾਂਦਾ ਤੇ ਉਹ ਸਮਾਂ ਟਲ ਜਾਂਦਾ ਤੇ ਇਹ ਘਟਨਾ ਦੁਰਘਟਨਾ ਨਾ ਵਰਤਦੀ।
ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਅੱਜ ਅਸੀਂ ਤੁਹਾਨੂੰ ਕਿਹਾ 8 ਦਿਨ ਰੁਕੋ, ਤੁਸੀਂ ਨਹੀਂ ਰੁਕ ਰਹੇ, 8 ਪੈਰ ਰੁਕੋ, ਤੁਸੀਂ ਨਹੀਂ ਰੁਕ ਰਹੇ, 8 ਘੜੀਆਂ ਰੁਕੋ, ਤੁਸੀਂ ਨਹੀਂ ਰੁਕ ਰਹੇ, ਪਰ ਚੇਤੇ ਰੱਖਿਓ ਰਹਿੰਦੀ ਦੁਨੀਆ ਤੱਕ ਇਹਨਾਂ 8 ਦਿਨਾਂ ਨੂੰ ਯਾਦ ਕਰਕੇ ਤੁਸੀਂ ਰੋਇਆ ਕਰੋਗੇ ਜਿਹੜੇ 8 ਦਿਨ ਅੱਜ ਰੁਕ ਨਹੀਂ ਰਹੇ। ਤੇ ਵੇਖੋ ਸਾਰੇ ਦੇ ਸਾਰੇ ਭਾਣੇ 8 ਦਿਨਾਂ ਦੇ ਵਿੱਚ ਹੀ ਵਰਤ ਗਏ ਸਨ। ਸਤਿਗੁਰੂ ਨੇ ਆਨੰਦਪੁਰ ਛੱਡਿਆ, ਜ਼ਾਲਮਾਂ ਨੇ ਆਨੰਦਪੁਰ ਨੂੰ ਤਬਾਹ ਕਰ ਦਿੱਤਾ। ਗੁਰੂ ਕੇ ਪਰਿਵਾਰ ਦੇ ਵਿਛੋੜੇ ਪਏ, ਗੁਰੂ ਕੇ ਵੱਡੇ ਪੁੱਤ ਵੀ, ਗੁਰੂ ਕੇ ਛੋਟੇ ਪੁੱਤ ਵੀ, ਗੁਰੂ ਕੀ ਮਾਂ ਵੀ, ਸੈਂਕੜੇ ਸਿੱਖ ਵੀ ਇਹਨਾਂ 8 ਦਿਨਾਂ ਦੇ ਵਿੱਚ ਕੁਰਬਾਨ ਹੋ ਗਏ ਸਨ, ਸ਼ਹੀਦ ਹੋ ਗਏ ਸਨ। ਖੈਰ ਆਨੰਦਪੁਰ ਛੱਡਿਆ ਗਿਆ, ਸਰਸਾ ਨਦੀ ਤੇ ਗੁਰੂ ਕੇ ਪਰਿਵਾਰ ਦਾ ਵਿਛੋੜਾ ਪਿਆ। ਜਿਨ੍ਹਾਂ ਜ਼ਾਲਮਾਂ ਨੇ ਕਸਮਾਂ ਚੁੱਕੀਆਂ ਸਨ ਅਸੀਂ ਹਮਲਾ ਨਹੀਂ ਕਰਾਂਗੇ, ਅਜੇ ਆਨੰਦਪੁਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਬਾਹਰ ਨਿਕਲੇ ਹਨ, ਇੱਕਦਮ ਹਮਲਾ ਨਹੀਂ ਉਹਨਾਂ ਨੇ ਕੀਤਾ ਹੈ। ਉਹਨਾਂ ਨੇ ਵੇਖਿਆ ਹੈ ਕਿ ਗੁਰੂ ਕਾ ਕਾਫਲਾ ਆਨੰਦਪੁਰ ਤੋਂ ਕੁਝ ਅੱਗੇ ਲੰਘ ਜਾਵੇ, ਕਿਉਂਕਿ ਜੇ ਇੱਕਦਮ ਹਮਲਾ ਕਰਾਂਗੇ ਕਿਧਰੇ ਫੇਰ ਪਛਾਣ ਆਨੰਦਪੁਰ ਨੂੰ ਵਾਪਸ ਨਾ ਚਲੇ ਜਾਣ। ਉਹਨਾਂ ਵੇਖਿਆ ਕਿ ਹੁਣ ਗੁਰੂ ਕਾ ਕਾਫਲਾ ਸਾਡੀ ਮਾਰ ਥੱਲੇ ਹੈ। ਜਦੋਂ ਆਨੰਦਪੁਰ ਤੋਂ ਸਤਿਗੁਰੂ ਕਾਫੀ ਅੱਗੇ ਚਲੇ ਗਏ, ਉਹਨਾਂ ਪਿੱਛੋਂ ਆਨੰਦਪੁਰ ਸਾਹਿਬ ਵਾਲੀ ਜਗ੍ਹਾ ਫੌਜਾਂ ਨੇ ਘੇਰ ਲਈ ਕਿ ਪਿਛਾਂ ਮੁੜਨ ਦਾ ਆਪਸ਼ਨ ਰਸਤਾ ਕੋਈ ਨਾ ਰਵੇ। ਹਮਲਾ ਕਰ ਦਿੱਤਾ। ਪੋਹ ਦੀਆਂ ਠੰਡੀਆਂ ਰਾਤਾਂ, ਮੀਂਹ ਆਉਂਦਾ ਪਿਆ ਸੀ, ਜੰਗ ਸ਼ੁਰੂ ਹੋ ਗਿਆ। ਉਹ ਭਿਆਨਕ ਜੰਗ ਦੇ ਵਿੱਚ ਸਰਸਾ ਨਦੀ ਤੇ ਗੁਰੂ ਕਾ ਪਰਿਵਾਰ ਵਿਛੜਿਆ। ਮਾਂ ਗੁਜਰੀ ਇੱਕ ਪਾਸੇ, ਛੋਟੇ ਸਾਹਿਬਜ਼ਾਦਿਆਂ ਦੇ ਨਾਲ ਉਹ ਅਲੱਗ ਚਲੇ ਗਏ। ਗੁਰੂ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਵਰਗੇ ਗੁਰਸਿੱਖ ਵੱਖਰੇ ਹੋ ਗਏ। ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਕੇ 2 ਵੱਡੇ ਪੁੱਤਰ ਤੇ 40 ਸਿੱਖ ਸਰਸਾ ਦਰਿਆ ਪਾਰ ਕੀਤਾ। ਰੋਪੜ ਤੋਂ ਹੁੰਦਿਆਂ ਹੋਇਆਂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਪਹੁੰਚੇ ਹਨ। ਚਮਕੌਰ ਵਿਖੇ ਬੁੱਧੀ ਚੰਦ ਗੁਰੂ ਕਲਗੀਧਰ ਮਹਾਰਾਜ ਨੂੰ ਕਹਿਣ ਲੱਗਾ, ਜੀ ਮੇਰੀ ਹੈ ਤੇ ਗਰੀਬ ਹਾਂ, ਸਧਾਰਨ ਹਵੇਲੀ ਹੈ, ਇੱਥੇ ਆਪ ਸਿੱਖਾਂ ਸਮੇਤ ਰੁਕ ਜਾਓ। ਮਹਾਰਾਜ ਉਹ ਬੁੱਧੀ ਚੰਦ ਦੀ ਹਵੇਲੀ ਦੇ ਵਿੱਚ ਜਦੋਂ ਗਏ, ਨੰਗੇ ਚੱਲ ਕੇ ਸਿੱਖਾਂ ਦੇ ਪੈਰਾਂ ਤੇ ਛਾਲੇ ਪੈ ਚੁੱਕੇ ਸਨ। ਸਤਿਗੁਰਾਂ ਦੇ ਛਾਲੇ ਸਿੱਖ ਭੁੱਖ ਪਿਆਸ ਕਰਕੇ ਰਾਤੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਆਰਾਮ ਕਰੋ, ਅਸੀਂ ਪਹਿਰਾ ਦਿੰਦੇ ਹਾਂ। ਸਾਰੀ ਰਾਤ ਸਤਿਗੁਰੂ ਪਹਿਰਾ ਦਿੰਦੇ ਰਹੇ। ਸਵੇਰੇ 8 ਪੋਹ ਦਾ ਜਦੋਂ ਦਿਨ ਚੜ੍ਹਿਆ ਹੈ, ਹੱਸ ਬੋਲੇ ਦਸ਼ਮੇਸ਼ ਜੀ, ਖੰਡਾ ਲਿਸ਼ਕਾ ਕੇ, ਬਲ ਤੁਸਾਂ ਦਾ ਵੇਖਣਾ ਹੈ ਇਉਂ ਅਜਮਾ ਕੇ। ਖੰਡਾ ਕਿਸ ਦਾ ਰੱਜਦਾ, ਸਿਰ ਕਿੰਨੇ ਲਾ ਕੇ, ਮੈਂ ਆਇਆ ਪੁਰਖ ਅਕਾਲ ਤੋਂ ਇਹ ਆਗਿਆ ਪਾ ਕੇ। ਜਿਉਂਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ। ਵਾਹ ਵਾਹ ਗੋਬਿੰਦ ਸਿੰਘ, ਵਾਹ ਤੇਰਾ ਜੇਰਾ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। 10 ਲੱਖ ਫੌਜਾਂ ਨੇ ਚਮਕੌਰ ਨੂੰ ਘੇਰ ਲਿਆ। ਪਹਿਲਾਂ ਸਤਿਗੁਰੂ ਸਿੱਖਾਂ ਦੇ ਜਥੇ ਬਣਾ ਕੇ ਤੇ ਮੈਦਾਨ ਦੇ ਵਿੱਚ ਸਿੱਖਾਂ ਨੂੰ ਭੇਜਦੇ ਰਹੇ। ਫਿਰ ਵਾਰੀ ਆਈ ਬਾਬਾ ਅਜੀਤ ਸਿੰਘ ਨੇ ਆਗਿਆ ਮੰਗੀ, ਮਹਾਰਾਜ ਹੁਣ ਆਗਿਆ ਦਵੋ, ਮੈਂ ਮੈਦਾਨੇ ਜੰਗ 'ਚ ਜਾਵਾਂ। ਸਤਿਗੁਰਾਂ ਨੇ ਥਾਪੜਾ ਦਿੱਤਾ। ਵੱਡੇ 18 ਵਰਿਆਂ ਦੇ ਜਵਾਨ ਪੁੱਤ ਨੂੰ, ਉਹ ਸਮਾਂ ਜਦੋਂ ਪੁੱਤ ਵਿਆਹੁਣ ਦਾ ਸਮਾਂ ਹੁੰਦਾ ਹੈ, ਧੰਨ ਗੁਰੂ ਕਲਗੀਧਰ ਮਹਾਰਾਜ ਪੁੱਤ ਨੂੰ ਸ਼ਹਾਦਤ ਦਾ ਜਾਮ ਪੀਣ ਦੇ ਲਈ ਮੈਦਾਨੇ ਜੰਗ ਦੇ ਵਿੱਚ ਤੋਰ ਰਹੇ ਨੇ। ਬਾਬਾ ਅਜੀਤ ਸਿੰਘ ਗਏ, ਬੜੀ ਬਹਾਦਰੀ ਦੇ ਨਾਲ ਲੜੇ। ਇਤਿਹਾਸ ਇਹ ਕਹਿੰਦਾ ਕਿ ਕਿਸੇ ਮੁਗਲ ਦੀ ਇੰਨੀ ਹਿੰਮਤ ਨਹੀਂ ਪਈ ਕਿ ਉਹ ਸਾਹਮਣੇ ਤੋਂ ਤੀਰ ਮਾਰ ਕੇ ਕੋਈ ਵਾਰ ਕਰਕੇ ਬਾਬਾ ਅਜੀਤ ਸਿੰਘ ਨੂੰ ਸ਼ਹੀਦ ਕਰ ਪਾਉਂਦਾ। ਕਿਸੇ ਨੇ ਪਿੱਠ ਤੋਂ ਬਰਸ਼ੀ ਦਾ ਵਾਰ ਬਾਬਾ ਅਜੀਤ ਸਿੰਘ ਦੇ ਕੀਤਾ ਹੈ ਤੇ ਉਹ ਘੋੜੇ ਤੋਂ ਜਦੋਂ ਹੇਠਾਂ ਡਿੱਗ ਗਏ ਤੇ ਇੱਕਦਮ ਚਾਰੇ ਪਾਸਿਓਂ ਤੀਰਾਂ ਦੇ ਨਾਲ ਬਾਬਾ ਅਜੀਤ ਸਿੰਘ ਦੇ ਸਰੀਰ ਨੂੰ ਵਿੰਨ ਦਿੱਤਾ ਗਿਆ। ਗੁਰੂ ਕੇ ਵੱਡੇ ਪੁੱਤ ਬਾਬਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਚਮਕੌਰ ਦੀ ਗੜੀ ਤੇ ਖੜੇ ਗੁਰੂ ਕਲਗੀਧਰ ਮਹਾਰਾਜ ਅਕਾਲ ਪੁਰਖ ਦੇ ਸ਼ੁਕਰਾਨੇ 'ਚ ਜਕਾਰੇ ਬੁਲੰਦ ਕਰਦੇ ਨੇ। ਫਿਰ ਬਾਬਾ ਜੁਝਾਰ ਸਿੰਘ ਕਹਿਣ ਲੱਗੇ, ਮਹਾਰਾਜ ਮੈਨੂੰ ਵੀ ਆਗਿਆ ਦਿਓ। ਸਿੱਖਾਂ ਨੇ ਬੜਾ ਯਤਨ ਕੀਤਾ, ਬੜੇ ਤਰਲੇ ਉੱਥੇ ਮਹਾਰਾਜ ਨੂੰ ਪਾਏ ਕਿ ਮਹਾਰਾਜ ਤੁਸੀਂ ਬਾਬਾ ਜੁਝਾਰ ਸਿੰਘ ਨੂੰ ਨਾ ਭੇਜੋ,
ਆਪਣਾ ਪੁੱਤ ਬਚਾ ਲਵੋ। ਛੋਟੇ ਸਾਹਿਬਜ਼ਾਦਿਆਂ ਦਾ ਪਤਾ ਕੋਈ ਨਹੀਂ ਹੈ। ਅਜੀਤ ਸਿੰਘ ਅੱਖਾਂ ਸਾਹਮਣੇ ਸ਼ਹੀਦ ਹੋ ਗਿਆ। ਇੱਕੋ ਇੱਕ ਤੁਹਾਡਾ ਲਾਲ ਬਚਿਆ, ਇਹਨੂੰ ਸੰਭਾਲ ਲਵੋ। ਪਰ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਤੁਸੀਂ ਸਾਰੇ ਹੀ ਮੇਰੇ ਪੁੱਤ ਹੋ, ਇੱਥੇ ਕੋਈ ਅਜੀਤ ਵੱਖਰਾ ਨਹੀਂ ਹੈ, ਕੋਈ ਜੁਝਾਰ ਵੱਖਰਾ ਨਹੀਂ। ਬਾਬਾ ਜੁਝਾਰ ਸਿੰਘ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਥਾਪੜਾ ਦਿੱਤਾ, ਮੈਦਾਨੇ ਜੰਗ 'ਚ ਤੋਰਿਆ। ਬਾਬਾ ਜੁਝਾਰ ਸਿੰਘ ਨੇ ਵੀ ਸ਼ਹਾਦਤ ਦਾ ਜਾਮ ਪੀਤਾ। ਧੰਨ ਜਿਗਰਾ ਕਲਗੀਆਂ ਵਾਲੇ ਦਾ। 4 ਪੁੱਤ, ਦੋਵਾਂ ਛੋਟਿਆਂ ਲਾਲਾਂ ਦਾ ਪਤਾ ਕੋਈ ਨਹੀਂ ਹੈ। 2 ਜਵਾਨ ਪੁੱਤ, ਇੱਕ 18 ਵਰਿਆਂ ਦਾ, ਇੱਕ 16 ਵਰਿਆਂ ਦਾ, ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ। ਸਤਿਗੁਰਾਂ ਦੇ ਮੁਖ ਤੋਂ ਬਚਨ ਕਿਹੜੇ ਨਿਕਲੇ, ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ 8 ਪੋਹ ਦੀ ਜੰਗ ਦੇ ਵਿੱਚ ਜਿੱਥੇ 2 ਸਾਹਿਬਜ਼ਾਦੇ ਸ਼ਹੀਦ ਹੋਏ ਨੇ, 5 ਪਿਆਰਿਆਂ ਚੋਂ 3 ਗੁਰੂ ਕੇ ਪਿਆਰਿਆਂ ਦੀ ਸ਼ਹਾਦਤ ਹੋਈ ਹੈ। ਕਰੀਬਨ 35-37 ਸਿੱਖ ਇਸ ਦਿਨ 8 ਪੋਹ ਨੂੰ ਚਮਕੌਰ ਵਿਖੇ ਜਦੋਂ ਸ਼ਹੀਦ ਹੋ ਗਏ, ਸ਼ਾਮਾਂ ਪਈਆਂ ਤੇ ਜੰਗ ਰੁਕ ਗਿਆ। ਮਹਾਰਾਜ ਨੇ ਬਚਨ ਕੀਤੇ ਸਵੇਰੇ ਪਹਿਲਾ ਜਥਾ ਲੈ ਕੇ ਅਸੀਂ ਜਾਵਾਂਗੇ, ਅਸੀਂ ਸਭ ਤੋਂ ਪਹਿਲਾਂ ਸ਼ਹੀਦ ਹੋਵਾਂਗੇ। ਪਰ ਸਿੱਖ ਵਿਚਾਰ ਕਰਕੇ ਫਿਰ ਸਤਿਗੁਰਾਂ ਦੇ ਕੋਲ ਆਏ। ਉਹਨਾਂ ਬੇਨਤੀ ਕੀਤੀ, ਮਹਾਰਾਜ ਸੂਰ ਸਿੰਘਾਂ ਸੋਚਿਆ ਪਿਆ ਹਨੇਰ, ਭਾਵੇਂ ਵਹਿੰਦਿਆਂ ਵਹਿੰਦਿਆਂ ਚਾਨਣਾ ਚਾੜ ਬਈਏ ਆਈ, ਖਿਜ਼ਾ ਤੇ ਕਿਤੇ ਬਹਾਰ ਆਈ, ਤੇ ਕਿਤੇ ਮੁੱਢੋਂ ਨਾ ਬਾਗ ਉਜਾੜ ਬਈਏ। ਜਾ ਕੇ ਕੋਲ ਹਜੂਰ ਦੇ ਕਹਿਣ ਲੱਗੇ, ਦਾਤਾ ਵਕਤ ਸੰਭਾਲਣਾ ਚਾਹੀਦਾ ਹੈ, ਸੂਰਬੀਰ ਜੀਓ ਨੀਤੀਵਾਨ ਬਣ ਕੇ ਔਖੀ ਘੜੀ ਨੂੰ ਟਾਲਣਾ ਚਾਹੀਦਾ ਹੈ। ਅਸੀਂ ਮਰਾਂਗੇ ਲੜਦਿਆਂ ਅੰਤ ਤੀਕਰ, ਐ ਪਰ ਪਾਤਸ਼ਾਹ ਤੁਸੀਂ ਤਿਆਰ ਹੋ ਜਾਓ, ਛੇਤੀ ਛੇਤੀ ਨੀਲੇ ਤੇ ਲੱਤ ਦੇ ਕੇ ਲੋ ਲੱਗਦਿਆਂ ਜੰਗਲੋਂ ਪਾਰ ਹੋ ਜਾਓ। ਸਾਡੇ ਜਹੇ ਲੱਖਾਂ ਪੈਦਾ ਕਰੇਗਾ ਤੂੰ, ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ, ਪਰ ਜੇ ਤੂੰ ਨਾ ਰਿਓ ਗੋਬਿੰਦ ਸੂਰੇ, ਗੋਬਿੰਦ ਸਿੰਘ ਫਿਰ ਮੁੜ ਕੋਈ ਜੰਮਣਾ ਨਹੀਂ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਤੁਹਾਡੀ ਇੱਕ ਆਵਾਜ਼ ਲੱਖਾਂ ਸਾਡੇ ਵਰਗੇ ਸਿੱਖ ਪੈਦਾ ਕਰ ਸਕਦੀ ਹੈ, ਪਰ ਲੱਖਾਂ ਸਿੱਖ ਇਕੱਠੇ ਹੋ ਕੇ ਗੁਰੂ ਗੋਬਿੰਦ ਪੈਦਾ ਨਹੀਂ ਕਰ ਸਕਦੇ। ਇਸ ਕਰਕੇ ਬੇਨਤੀ ਹੈ, ਆਨੰਦ ਚਮਕੌਰ ਛੱਡ ਕੇ ਚਲੇ ਜਾਓ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ। ਨਹੀਂ, ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਮੌਤ ਤਿੱਕਰ ਮੇਰਾ ਸਾਥ ਦਿੱਤਾ, ਕਿ ਉਹ ਪੁੱਤ ਮਰਵਾ ਕੇ ਨੱਠ ਜਾਵਾਂ, ਅੰਮ੍ਰਿਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ, ਕਿ ਉਹ ਸਿੱਖ ਮਰਵਾ ਕੇ ਨੱਠ ਜਾਵਾਂ। ਸੱਚ ਜਾਣੋ, ਜੇ ਇਹੀ ਜਾਣਦੇ ਹੋ ਤਾਂ ਕੁਝ ਵੀ ਜਾਣਦੇ ਨਹੀਂ, ਵੇਲਾ ਵਕਤ ਪਛਾਣਦੇ ਹੋ ਭਾਵੇਂ, ਪਰ ਗੋਬਿੰਦ ਸਿੰਘ ਨੂੰ ਤੁਸੀਂ ਪਛਾਣਦੇ ਨਹੀਂ। ਮਹਾਰਾਜ ਨੇ ਜਦੋਂ ਚਮਕੌਰ ਛੱਡਣ ਦਾ ਇਨਕਾਰ ਕੀਤਾ, ਸਿੰਘ ਨਾਲ ਜਕਲੰਬ ਦੇ ਕਹਿਣ ਲੱਗੇ, ਕੁਝ ਵੀ ਸੁਣਨ ਸੁਣਾਉਣ ਦੀ ਆਗਿਆ ਨਹੀਂ, ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ, ਇੱਥੇ ਘੜੀ ਲੰਘਾਣ ਦੀ ਆਗਿਆ ਨਹੀਂ। ਤੂੰ ਐ ਗੁਰੂ ਤੇ ਖਾਲਸਾ ਗੁਰੂ ਤੇਰਾ, ਉਹਦਾ ਹੁਕਮ ਪਰਤਾਣ ਦੀ ਆਗਿਆ ਨਹੀਂ। ਤੇਰੀ ਜਾਨ ਅਮਾਨਤ ਹੈ ਖਾਲਸੇ ਦੀ, ਉਹਨੂੰ ਇੱਥੇ ਗਵਾਉਣ ਦੀ ਆਗਿਆ ਨਹੀਂ। ਪੰਥ ਨੇ ਜਦੋਂ ਹੁਕਮ ਕਰ ਦਿੱਤਾ ਤੇ ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ, ਹੁਕਮ ਵਜਾ ਕੇ ਉੱਠ ਤੁਰਿਆ, ਅੱਖਾਂ ਭਰ ਆਈਆਂ, ਸਿਰ ਝੁਕ ਗਿਆ ਤੇ ਹੁਕਮ ਵਜਾ ਕੇ ਉੱਠ ਤੁਰਿਆ। ਪੰਥ ਦਾ ਹੁਕਮ ਸੁਣ ਕੇ ਮਹਾਰਾਜ ਨੇ ਚਮਕੌਰ ਛੱਡਿਆ। ਬਾਬਾ ਅਜੀਤ ਸਿੰਘ ਦੀ ਲਾਸ਼ ਪਈ, ਬਾਬਾ ਜੁਝਾਰ ਸਿੰਘ ਦੀ ਲਾਸ਼ ਪਈ, ਪਰ ਮਹਾਰਾਜ ਉੱਥੋਂ ਅੱਗੇ ਲੰਘ ਗਏ। ਇਤਿਹਾਸ ਕਹਿੰਦਾ ਮਾਚੀਵਾੜੇ ਪਹੁੰਚੇ। ਗਨੀ ਖਾਂ ਨਬੀ ਖਾਂ ਨੇ ਫਿਰ ਸੇਵਾ ਕੀਤੀ। ਚਲਦਿਆਂ ਚਲਦਿਆਂ ਖੈਰ ਮਹਾਰਾਜ ਮਾਲਵੇ ਦੇ ਇਲਾਕੇ 'ਚ ਵਿਚਰਦਿਆਂ, ਜਿੱਥੇ ਰਾਏ ਕੋਟ ਹੈ, ਮਹਾਰਾਜ ਉੱਥੇ ਗਏ ਤੇ ਰਾਏ ਕੱਲਾ ਉੱਥੋਂ ਦਾ ਹਾਕਮ ਸੀ। ਮਹਾਰਾਜ ਉਹਨੂੰ ਕਹਿਣ ਲੱਗੇ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਦਾ ਪਤਾ ਕੋਈ ਨਹੀਂ ਹੈ, ਸਰਸਾ ਤੋਂ ਵੱਖ ਹੋਏ, ਕਿੱਥੇ ਹੈਨ ਨਹੀਂ ਹੈਨ, ਸਰਹੰਦ ਕਿਸੇ ਨੂੰ ਭੇਜੋ, ਉਹ ਖਬਰ ਲਿਆਵੇ ਛੋਟੇ ਬੱਚਿਆਂ ਦੀ, ਸਾਹਿਬਜ਼ਾਦਿਆਂ ਦੀ। ਤੇ ਉਹਨੇ ਫਿਰ ਆਪਣੇ ਨੌਕਰ ਨੂਰੇ ਮਾਹੀ ਨੂੰ ਭੇਜਿਆ ਕਿ ਤੂੰ ਜਾ ਤੇ ਸਾਰੀ ਖਬਰ ਲਿਆ ਸਰਹੰਦ ਤੋਂ ਕਿ ਛੋਟੇ ਬੱਚੇ ਮਾਂ ਗੁਜਰੀ ਕਿਸ ਹਾਲ ਦੇ ਵਿੱਚ ਹਨ। ਉਹ ਜਦੋਂ ਨੂਰਾ ਮਾਹੀ ਸਰਹੰਦ ਵਿਖੇ ਗਿਆ, ਉੱਥੇ ਜਾ ਕੇ ਉਹਨੂੰ ਸਾਰਾ ਕੁਝ ਪਤਾ ਲੱਗਿਆ ਕਿ ਸਰਸਾ ਦੇ ਵਿਛੋੜੇ ਤੋਂ ਬਾਅਦ
ਮਾਂ ਗੁਜਰੀ ਤੇ ਸਾਹਿਬਜ਼ਾਦੇ ਗੰਗੂ ਦੇ ਨਾਲ ਉਹਦੇ ਪਿੰਡ ਖੇੜੀ ਪਹੁੰਚੇ ਸਨ, ਜਿੱਥੇ ਗੰਗੂ ਨੇ ਨਮਕ ਹਰਾਮੀ ਕਰਦਿਆਂ ਹੋਇਆਂ ਤੇ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਨੂੰ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਕਰਕੇ ਗੁਰੂ ਦਿਆਂ ਲਾਲਾਂ ਦੀ ਜ਼ਿੰਦਗੀ ਦਾ ਸੌਦਾ ਕਰਦਿਆਂ ਹੋਇਆਂ ਤੇ ਉਹਨਾਂ ਨੂੰ ਹਕੂਮਤ ਦੇ ਹਵਾਲੇ ਕੀਤਾ ਸੀ। ਉੱਥੋਂ ਫਿਰ ਜਾਨੀ ਖਾਂ ਤੇ ਮਾਨੀ ਖਾਂ ਬੱਚਿਆਂ ਤੇ ਮਾਂ ਗੁਜਰੀ ਨੂੰ ਸਰਹੰਦ ਵਿਖੇ ਲਿਆਏ, ਜਿੱਥੇ ਠੰਡੇ ਬੁਰਜ ਦੇ ਵਿੱਚ ਕੈਦ ਰੱਖਿਆ ਗਿਆ। ਠੰਡ ਦੇ ਤਸੀਹੇ ਦਿੱਤੇ ਗਏ। ਫਿਰ 3 ਦਿਨਾਂ ਦੀਆਂ ਪੇਸ਼ੀਆਂ ਸਰਹੰਦ ਵਜ਼ੀਰ ਖਾਂ ਦੇ ਦਰਬਾਰ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਹੋਈਆਂ। ਪਹਿਲੇ ਦਿਨ ਪਿਆਰ ਦੇ ਨਾਲ ਬੱਚਿਆਂ ਦੇ ਨਾਲ ਕੁਝ ਗੱਲਾਂ ਕੀਤੀਆਂ ਗਈਆਂ ਕਿ ਇਸਲਾਮ ਕਬੂਲ ਕਰ ਲਵੋ, ਤੁਹਾਡੀਆਂ ਜਾਨਾਂ ਬਖਸ਼ ਦਿੱਤੀਆਂ ਜਾਣਗੀਆਂ। ਪਰ ਗੁਰੂ ਕੇ ਲਾਲ ਮਾਂ ਗੁਜਰੀ ਦੀ ਅਸੀਸ ਸਦਕਾ ਬੜੇ ਬਹਾਦਰ, ਬੜੇ ਦ੍ਰਿੜ, ਨਹੀਂ ਗੱਲੀ ਬਾਤੀ ਉਹਨਾਂ ਦੀਆਂ ਗੱਲਾਂ 'ਚ ਆਏ। ਫਿਰ ਜ਼ਾਲਮ ਕਹਿਣ ਲੱਗੇ ਦਾਦੀ ਦੇ ਨਾਲ ਵਿਚਾਰ ਕਰਕੇ ਕੱਲ ਨੂੰ ਆਇਓ। ਦੂਜੇ ਦਿਨ ਫਿਰ ਬੱਚੇ ਗਏ। ਇਹਨਾਂ ਨੇ ਬੱਚਿਆਂ ਨੂੰ ਫਿਰ ਲਾਲਚ ਦਿੱਤੇ। ਸਾਹਿਬਜ਼ਾਦੇ ਕਹਿਣ ਲੱਗੇ ਕਹਿਣਾ ਰਾਜ ਲੈ ਲਓ, ਕਹਿਣਾ ਭਾਗ ਲੈ ਲਓ, 2 ਅਜਾਣ ਖਰੀਦਣਾ ਚਾਹੁੰਦਾ ਹੈ, ਤੂੰ ਸੁੱਟ ਕੇ ਕੌਡੀਆਂ ਸਾਡਾ ਈਮਾਨ ਖਰੀਦਣਾ ਚਾਹੁੰਦਾ ਹੈ। ਪਰ ਕੰਨ ਖੋਲ ਕੇ ਸੁਣ ਲੈ, ਖਾਨ ਵਜੀਦੇ ਸਿੱਖੀ ਸਿਦਕ ਨਾ ਕਦੇ ਕਿਸੇ ਤੋਂ ਜਾਣ ਖਰੀਦੇ। ਉਹ ਗੁਰੂ ਕੇ ਬੱਚੇ ਕਿਸੇ ਲਾਲਚ ਦੇ ਵਿੱਚ ਨਹੀਂ ਆਏ, ਇਹਨਾਂ ਦੀਆਂ ਮਿੱਠੀਆਂ ਗੱਲਾਂ ਦੇ ਵਿੱਚ ਨਹੀਂ ਆਏ। ਤੇ ਵਜ਼ੀਰ ਖਾਨ ਨੇ ਦੂਜੇ ਦਿਨ ਦੀ ਪੇਸ਼ੀ ਖਤਮ ਕਰਦਿਆਂ ਬੱਚਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਦਾਦੀ ਦੇ ਨਾਲ ਚੰਗੀ ਤਰ੍ਹਾਂ ਗੱਲ ਕਰਕੇ ਆਇਓ, ਜੇ ਕੱਲ ਇਸਲਾਮ ਕਬੂਲ ਨਾ ਕੀਤਾ ਤੇ ਕੱਲ ਦਾ ਦਿਨ ਤੁਹਾਡੀ ਜ਼ਿੰਦਗੀ ਦਾ ਅਖੀਰਲਾ ਦਿਨ ਹੋਏਗਾ। ਸਾਹਿਬਜ਼ਾਦੇ ਗਏ। ਮੋਤੀ ਰਾਮ ਮਹਿਰੇ ਨੇ ਇਤਿਹਾਸ ਕਹਿੰਦਾ ਹੈ, ਰਾਤ ਦੁੱਧ ਪਿਲਾਣ ਦੀ ਸੇਵਾ 3 ਰਾਤਾਂ ਉੱਥੇ ਬੱਚਿਆਂ ਨੂੰ ਕੀਤੀ ਸੀ ਤੇ ਜ਼ਾਲਮਾਂ ਨੇ ਭਾਈ ਮੋਤੀ ਰਾਮ ਮਹਿਰੇ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪਾ ਕੇ ਪੀੜ ਦਿੱਤਾ ਸੀ, ਜਿਵੇਂ ਗੰਨਾ ਪਾ ਕੇ ਗੰਨੇ ਦਾ ਰਸ ਕੱਢਿਆ ਜਾਂਦਾ, ਉਸੇ ਤਰ੍ਹਾਂ। ਬੜੀਆਂ ਸ਼ਹਾਦਤਾਂ ਬੜਿਆਂ ਨੇ, ਵੇਖੋ ਜੇ ਇੱਥੇ ਗੰਗੂ ਵਰਗਿਆਂ ਬੜਿਆਂ ਨੇ ਬੇਈਮਾਨੀਆਂ ਕੀਤੀਆਂ ਹਨ ਤੇ ਬੜੇ ਐਸੇ ਵੀ ਇਤਿਹਾਸ ਦੇ ਯੋਧੇ ਸਾਡੇ ਪਿਆਰੇ ਸਿੱਖ ਹਨ, ਜਿਨ੍ਹਾਂ ਨੇ ਆਪਣੇ ਪਰਿਵਾਰ ਤੱਕ ਗੁਰੂ ਕੀ ਸੇਵਾ ਦੀ ਖਾਤਰ, ਗੁਰੂ ਕੇ ਪਰਿਵਾਰ ਦੀ ਸੇਵਾ ਦੀ ਖਾਤਰ ਕੁਰਬਾਨ ਕੀਤੇ ਹਨ। ਜਿਹੜੇ ਸਿੱਖ ਭਾਈ ਬੁੱਧੀ ਚੰਦ ਨੇ ਗੁਰੂ ਮਹਾਰਾਜ 10ਮ ਪਾਤਸ਼ਾਹ ਨੂੰ ਆਪਣੀ ਹਵੇਲੀ ਭੇਟ ਕੀਤੀ ਸੀ ਚਮਕੌਰ ਵਾਲੀ, ਉਹਨੂੰ ਜ਼ਾਲਮਾਂ ਨੇ ਕਿੱਦਾਂ ਸ਼ਹੀਦ ਕੀਤਾ ਸੀ? ਅੱਧਾ ਜ਼ਮੀਨ ਦੇ ਵਿੱਚ ਦੱਬ ਦਿੱਤਾ ਗਿਆ, ਅੱਧਾ ਸਰੀਰ ਉੱਪਰ ਸੀ ਤੇ ਭੁੱਖੇ ਸ਼ਿਕਾਰੀ ਕੁੱਤੇ ਛੱਡ ਕੇ ਤੇ ਉਹ ਸਿੱਖ ਦੀ ਬੋਟੀ ਉਹਨਾਂ ਕੁੱਤਿਆਂ ਦੇ ਕੋਲੋਂ ਨਚਵਾ ਕੇ ਉਸ ਸਿੱਖ ਨੂੰ ਸ਼ਹੀਦ ਕੀਤਾ ਸੀ ਭਾਈ ਬੁੱਧੀ ਚੰਦ। ਤੇ ਜਿਹੜੇ ਭਾਈ ਮੋਤੀ ਰਾਮ ਨੇ ਦੁੱਧ ਪਿਆਣ ਦੀ ਸੇਵਾ ਬੱਚਿਆਂ ਨੂੰ ਕੀਤੀ ਸੀ, ਉਹਨਾਂ ਨੂੰ ਉਹਨਾਂ ਦੇ ਪਰਿਵਾਰ ਸਮੇਤ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਖੈਰ ਮਾਂ ਗੁਜਰੀ ਨੂੰ ਬੱਚਿਆਂ ਨੇ ਦੱਸਿਆ, ਮਾਂ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦਿੱਤੀ, ਹੋਰ ਦ੍ਰਿੜ ਕੀਤਾ ਤੇ ਉਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲਾ ਜਦੋਂ ਦਿਨ ਆਇਆ 13 ਪੋਹ ਦਾ ਦਿਨ, ਮਾਂ ਗੁਜਰੀ ਦੇ ਕੋਲ ਸਿਪਾਹੀ ਪਹੁੰਚ ਗਏ। ਮਾਂ ਨੇ ਥਾਪੜਾ ਦੇ ਕੇ ਸਾਹਿਬਜ਼ਾਦਿਆਂ ਨੂੰ ਤੋਰਿਆ, ਕਿਹਾ ਬੱਚਿਓ ਅੱਜ ਦਾਦੀ ਦੀ ਗੋਦ ਦੇ ਵਿੱਚੋਂ ਉੱਠ ਕੇ ਤੇ ਦਾਦੇ ਦੀ ਗੋਦ ਦੇ ਵਿੱਚ ਤੁਸੀਂ ਚਲੇ ਜਾਣਾ। ਇਤਿਹਾਸ ਕਹਿੰਦਾ ਬਾਬਾ ਫਤਿਹ ਸਿੰਘ ਬੜੇ ਛੋਟੇ ਸਨ ਜਦੋਂ ਉਹਨਾਂ ਦੇ ਮਾਂ ਜੀਤੋ ਜੀ ਚੜ੍ਹਾਈ ਕਰ ਗਏ, ਤੇ ਮਾਂ ਗੁਜਰੀ ਨੇ ਬਾਬਾ ਫਤਿਹ ਸਿੰਘ ਨੂੰ ਪਾਲਿਆ ਸੀ। ਤੇ ਛੋਟੇ ਛੋਟੇ ਸਿੱਖ ਬੱਚੇ ਆਪਣੀਆਂ ਮਾਵਾਂ ਸਮੇਤ ਆਉਂਦੇ ਸਨ ਤੇ ਉਹਨਾਂ ਨੂੰ ਵੇਖ ਕੇ ਫਤਿਹ ਸਿੰਘ ਨੇ ਪੁੱਛ ਲੈਣਾ ਕਿ ਦਾਦੀ ਮੇਰੀ ਮਾਂ ਕਿੱਥੇ ਹੈ? ਤੇ ਮਾਂ ਗੁਜਰੀ ਨੇ ਕਹਿਣਾ ਪੁੱਤ ਤੇਰੀ ਮਾਂ ਸੱਚਖੰਡ ਚਲੀ ਗਈ ਹੈ। ਤੇ ਬਾਬਾ ਫਤਿਹ ਸਿੰਘ ਨੂੰ ਕੀ ਪਤਾ ਸੀ ਸੱਚਖੰਡ ਕਿੱਥੇ ਹੈ, ਕਿਹੜਾ ਹੈ, ਕਿੱਥੇ ਚਲੀ ਗਈ ਹੈ ਮਾਂ। ਉਹ ਕਹਿੰਦੇ ਹਨ ਬਾਬਾ ਫਤਿਹ ਸਿੰਘ ਨੇ ਜਿੱਦ ਕਰਕੇ ਕਹਿਣਾ ਕਿ ਮੈਂ ਵੀ ਸੱਚਖੰਡ ਜਾਣਾ, ਦਾਦੀ ਮੈਨੂੰ ਵੀ ਮੇਰੀ ਮਾਂ ਦੇ ਕੋਲ ਸੱਚਖੰਡ ਭੇਜ ਦਿਓ। ਤੇ ਅੱਜ ਦਾਦੀ ਮਾਂ ਗੁਜਰੀ ਕਹਿਣ ਲੱਗੇ ਪੁੱਤ ਫਤਿਹ ਸਿੰਘ ਤੂੰ ਰੋਜ਼ ਜਿੱਦ ਕਰਕੇ ਕਹਿੰਦਾ ਸੀ ਮੈਂ ਆਪਣੀ ਮਾਂ ਦੇ ਕੋਲ ਸੱਚਖੰਡ ਜਾਣਾ ਹੈ, ਅੱਜ ਤੇਰਾ ਵੀ ਮਾਂ ਦੇ ਕੋਲ ਸੱਚਖੰਡ ਜਾਣ ਦਾ ਸਮਾਂ ਆਣ ਬਣਿਆ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਆਖਰੀ ਮਾਂ ਦੇ ਪੈਰੀਂ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਉਡੀਕਾਂਗੇ ਅਸੀਂ ਦਾਦੀਏ ਸੱਚਖੰਡ 'ਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ,
ਥੱਕ ਨਾ ਜਾਈਏ ਦਾਦੀਏ, ਅਸੀਂ ਔਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ, ਤੁਸੀਂ ਛੇਤੀ ਆਉਣਾ, ਨਹੀਂ ਤੇ ਰੁਸਕੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ। ਬਾਬਾ ਫਤਿਹ ਸਿੰਘ ਨੇ ਆਵਾਜ਼ ਦੇ ਕੇ ਕਿਹਾ, ਦਾਦੀ ਅਸੀਂ ਸੱਚਖੰਡ ਚਲੇ ਜਾਣਾ ਹੈ ਤੇ ਤੁਹਾਡੇ ਤੋਂ ਬਿਨਾਂ ਤੇ ਸਾਨੂੰ ਸੱਚਖੰਡ ਵੀ ਚੰਗਾ ਨਹੀਂ ਲੱਗਣਾ, ਅਸੀਂ ਉਡੀਕਦੇ ਥੱਕ ਨਾ ਜਾਈਏ, ਤੁਸੀਂ ਵੀ ਸਾਡੇ ਮਗਰੇ ਹੀ ਸੱਚਖੰਡ ਆ ਜਾਇਓ। ਉਡੀਕਾਂਗੇ ਅਸੀਂ ਦਾਦੀਏ ਸੱਚਖੰਡ 'ਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਨਹੀਂ ਤੇ ਰੁੱਸ ਜੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ। ਤੇ ਦਾਦੀ ਮਾਂ ਨੇ ਕੀ ਕਿਹਾ, ਤੁਸੀਂ ਚੱਲੋ ਮੇਰੇ ਹੀਰਿਓ, ਮੈਂ ਮਗਰੇ ਆਵਾਂ, ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ। ਸਾਹਿਬਜ਼ਾਦੇ ਗਏ, ਜ਼ਾਲਮਾ ਵੱਡਾ ਬੂਹਾ ਬੰਦ ਕੀਤਾ, ਛੋਟਾ ਖੋਲਿਆ ਕਿ ਜਦੋਂ ਬੱਚੇ ਝੁਕ ਕੇ ਅੰਦਰ ਦਾਖਲ ਹੋਣਗੇ ਅਸੀਂ ਕਵਾਂਗੇ ਗੁਰੂ ਗੋਬਿੰਦ ਸਿੰਘ ਦੇ ਲਾਲ ਝੁਕ ਗਏ ਹਨ। ਪਰ ਗੁਰੂ ਕੇ ਸਾਹਿਬਜ਼ਾਦੇ ਸਿਆਣੇ, ਦੂਰ ਦ੍ਰਿਸ਼ਟੀ ਦੇ ਮਾਲਕ, ਪਹਿਲਾਂ ਪੈਰ ਅੰਦਰ ਕੀਤਾ, ਫਿਰ ਸਿਰ ਪਿਛਾਂਹ ਨੂੰ ਝੁਕਾ ਕੇ ਤੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਦਾਖਲ ਹੋਏ ਤੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਤੇ ਜਦੋਂ ਫਤਿਹ ਬੁਲਾਈ, ਵਜ਼ੀਰ ਖਾਨ, ਸੁੱਚਾ ਆਨੰਦ, तमाम ਦਰਬਾਰੀ ਇੱਕਦਮ ਲੋਹਾ ਲਾਖਾ ਹੋ ਕੇ ਕਹਿਣ ਲੱਗੇ, ਇਹ ਕੋਈ ਤੁਹਾਡੇ ਪਿਓ ਦਾ ਦਰਬਾਰ, ਆਨੰਦਪੁਰ ਦਾ ਦਰਬਾਰ ਨਹੀਂ ਹੈ ਜਿੱਥੇ ਤੁਹਾਡੀ ਫਤਿਹ ਪ੍ਰਵਾਨ ਹੋਵੇਗੀ, ਇਹ ਵਜ਼ੀਰ ਖਾਨ ਦੀ ਕਚਹਿਰੀ, ਇੱਥੇ ਝੁਕ ਕੇ ਸਲਾਮਾਂ ਕਰਨੀਆਂ ਪੈਣਗੀਆਂ। ਤੇ ਗੁਰੂ ਕੇ ਬੱਚੇ ਕਹਿਣ ਲੱਗੇ, ਝੁਕਣ ਲਈ ਸਿੱਖ ਦੀਆਂ ਅੱਖਾਂ ਨਹੀਂ, ਇਹ ਬਣੀਆਂ ਸ਼ਹੀਦੀ ਖੁਮਾਰੀਆਂ ਲਈ, ਦੋ ਚੀਜ਼ਾਂ ਲਈ ਸਿੱਖ ਦਾ ਸਿਰ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ। ਕਿਹੜੇ ਝੁਕਣ ਦੀ ਗੱਲ ਕਰੇ, ਅਸੀਂ ਝੁਕਣ ਵਾਲੇ ਨਹੀਂ, ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ। ਉਥੇ ਕਹਿੰਦੇ ਹਨ ਬੜੀਆਂ ਵਿਚਾਰਾਂ ਕਚਹਿਰੀ ਦੇ ਵਿੱਚ ਹੋਈਆਂ, ਸਾਹਿਬਜ਼ਾਦਿਆਂ ਨੂੰ ਬੜੇ ਡਰਾਵੇ ਦਿੱਤੇ ਗਏ। ਇੱਥੋਂ ਤੱਕ ਵਜ਼ੀਰ ਖਾਨ ਨੇ ਮਲੇਰ ਕੋਟਲੇ ਦੇ ਹਾਕਮ ਸ਼ੇਰ ਅਫਗਾਨ ਖਾਨ ਨੂੰ ਕਿਹਾ ਕਿ ਤੇਰਾ ਭਰਾ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਤੀਰ ਦੇ ਨਾਲ ਮਰਿਆ ਹੈ, ਨਾਰ ਖਾਨ, ਆ ਗੁਰੂ ਗੋਬਿੰਦ ਸਿੰਘ ਦੇ ਬੱਚੇ ਮੈਂ ਤੇਰੇ ਹਵਾਲੇ ਕਰਦਾ, ਤੂੰ ਇਹਨਾਂ ਬੱਚਿਆਂ ਨੂੰ ਖਤਮ ਕਰਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲੈ। ਪਰ ਉਹ ਜਾਗਦੀ ਜ਼ਮੀਰ ਵਾਲਾ ਮਲੇਰ ਕੋਟਲੇ ਦਾ ਨਵਾਬ ਕਹਿਣ ਲੱਗਾ कि बदला ही लेना होगा तो लेंगे हम बाप से, खुदा महफूज रखे हमें इस पाप से। जे मैं बदला लेना होवेगा मैं गुरु गोबिंद सिंह तो बदला लवांगा, ये छोटे छोटे मासूम बच्चियां तो मैं बदला की लेना है। बल्कि मैं ते वजीर खान तेनू ये भी कहंदा हां कि तू भी इन्हां बच्चियां नू छड्ड दे, इन्हां बच्चियां नू मार के तेनू कुछ नहीं हो मिलना। जे इन्हां बच्चियां नू खत्म करेगा तू अपनी तबाही दी जड़ आप पुट लेंगा। कह रहा वजीर खान, कह रहा छोटे छोटे मासूम बच्चियां नू मारना, कह रहा गुनाह है, इस्लाम च गुनाह है। फिर जिउंदा है गोबिंद सिंह, लड़े जे जाके उस नाल मजा आउंदा तां है। छोटे छोटे मासूम बच्चियां नू फड़ के मारना कादा ये इंसाफ ते कादा ये न्याय। पर कोल बैठा सुच्चा आनंद कहण लगा, वजीर खान जी किसे तरस च ना आयो, इन्हां नू बच्चे ना समझो, ये सप दे बच्चे सपोलिए हन। अज एक गुरु गोबिंद सिंह साडे हाथ नहीं हुंदा पिया, जे इन्हां दोवां नू छड्ड दिता ते हुकूमत नू भाजड़ा पड़थू पा देणगे। इस करके मेरी सलाह यह है कि ये जमदियां सूलां नू इत्थे ही नप दवो, ये सप दे पुत सपोलिए इत्थे ही खत्म कर दवो, इसे दे नाल ही तुहाडी हुकूमत दा भला है। वेखो जिन्हां दी खातर सुच्चा आनंद, जिन्हां दी खातर गुरु कलगीधर महाराज सच्चे पातशाह ने अपने पिता दा सिर कुर्बान करवाया सी, अज ओही गुरु गोबिंद सिंह दे बच्चियां नू सप दे पुत सपोलिए कह के ते खत्म करन दीयां सलाहां देंदे पए ने। खैर वजीर खान ने बच्चियां नू डरावे दिते, पर उन्हां ने हस के कबूल कर लिया कि सानू मरना कबूल है, धर्म तो डोलना कबूल नहीं है। दीवारां दे विच चिण के साहिबजादियां नू शहीद करन दा फरमान जारी हो गया ते शाशल बेग ते बाशल बेग ये दो जलाद दीवारां बनाउण लग पए। इथों तक कहा गया कि हुकूमत दी इट खराब नहीं करनी है, बच्चियां दे गिट्टे गोडियां ते तेसियां मार के गिट्टे गोडे भावें तोड़ सुटो पर इट नहीं तोड़नी। बाबा फतेह सिंह दे छोटे छोटे पैरां ते तेसियां मारियां गईयां।
ਉਹ ਦੀਵਾਰ ਜਦੋਂ ਬਣਾਈ ਗਈ ਤੇ ਸਾਰਾ ਸਾਹਿਬਜ਼ਾਦਿਆਂ ਦਾ ਸਰੀਰ ਦੀਵਾਰਾਂ ਦੇ ਵਿੱਚ ਜਦੋਂ ਬੰਦ ਹੋ ਗਿਆ, ਸਾਹ ਰੁਕ ਗਏ। ਤੇ ਜਦੋਂ ਸਾਹ ਰੁਕ ਗਏ ਤੇ ਕੱਚੀ ਦੀਵਾਰ ਸੀ, ਇਤਿਹਾਸ ਕਹਿੰਦਾ ਉਹ ਦੀਵਾਰ ਢਹਿ ਗਈ। ਜਦੋਂ ਦੀਵਾਰ ਢਾਈ, ਬੱਚੇ ਬੇਹੋਸ਼ ਹੋਏ ਪਏ ਸਨ। ਇਹਨਾਂ ਨੇ ਵੇਖਿਆ ਬੱਚਿਆਂ ਦੇ ਸਾਹ ਚੱਲ ਰਹੇ ਸਨ। ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਇਤਿਹਾਸ 'ਚ ਕੁਝ ਇਤਿਹਾਸਕਾਰਾਂ ਨੇ 5 ਤੇ 7 ਸਾਲ ਦੀ ਉਮਰ ਲਿਖੀ, ਕੁਝ ਨੇ 6-8 ਸਾਲ ਦੀ ਉਮਰ ਲਿਖੀ, ਥੋੜੇ ਮਹੀਨਿਆਂ ਦਾ ਉੱਪਰ ਥੱਲੇ ਫਰਕ। ਹੁਣ ਵੇਖੋ ਇੰਨੇ ਛੋਟੇ ਜਿਹੇ ਬੱਚੇ, ਸਾਹ ਚੱਲ ਰਹੇ ਸਨ ਅਜੇ, ਪਰ ਲਗਭਗ ਬੇਹੋਸ਼, ਅਖੀਰਲੇ ਸਾਹਾਂ ਦੀ ਗੱਲ। ਜਦੋਂ ਵੇਖਿਆ ਕਿ ਅਜੇ ਦਮ ਚੱਲ ਰਹੇ ਹਨ ਤੇ ਇਹ ਜ਼ਾਲਮ ਕਹਿਣ ਲੱਗੇ ਕਿ ਜਿਬਾ ਕਰ ਦਵੋ। ਜਿਬਾ ਕਰਨ ਦਾ ਭਾਵ ਹੁੰਦਾ ਸਹਿਜੇ ਸਹਿਜੇ, ਜਿਹਨੂੰ ਹਲਾਲ ਕਰਨਾ ਕਹਿੰਦੇ ਹਨ, ਕਿ ਸਹਿਜੇ ਸਹਿਜੇ ਛੁਰੀ ਚਲਾ ਕੇ ਤੇ ਸਿਰ ਧੜ ਤੋਂ ਵੱਖ ਕਰ ਦਵੋ। ਦੋਵਾਂ ਜਲਾਦਾਂ ਨੇ ਬੱਚਿਆਂ ਦੇ ਸਿਰ ਆਪਣੇ ਆਪਣੇ ਗੋਡਿਆਂ ਤੇ ਰੱਖ ਕੇ ਤੇ ਛੁਰੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਹਿਜੇ 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 ਆਰੀ ਦੀ ਤਰ੍ਹਾਂ ਬੱਚਿਆਂ ਦੀਆਂ ਗਰਦਨਾਂ, ਸਿਰ ਧੜ ਤੋਂ ਵੱਖ ਕੀਤੇ ਹਨ। ਸਾਹਿਬ, ਇੰਨਾ ਕੁਝ ਸਾਡੇ ਗੁਰੂ ਦੇ ਬੱਚਿਆਂ ਨੇ ਆਪਣੇ ਪਿੰਡਿਆਂ ਤੇ ਹੰਢਾਇਆ ਹੈ ਸਾਡੀ ਖਾਤਰ, ਸਾਡੀ ਖਾਤਰ। ਉਹ ਚਾਹੁੰਦੇ ਸੁੱਖ ਸਹੂਲਤਾਂ ਮਾਣ ਸਕਦੇ ਸਨ, ਪਰ ਨਹੀਂ। ਉਹ ਜਦੋਂ ਸਾਹਿਬਜ਼ਾਦਿਆਂ ਦੇ ਸਿਰ ਧੜ ਤੋਂ ਵੱਖ ਹੋ ਗਏ ਨਾ, ਤੇ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਜਿਹੜੇ ਤੇ ਸਨ ਬਾਬਾ ਜੋਰਾਵਰ ਸਿੰਘ, ਉਹਨਾਂ ਦਾ ਤੇ ਜਿਵੇਂ ਸਿਰ ਧੜ ਤੋਂ ਵੱਖ ਹੋਇਆ ਤੇ ਸਾਹਿਬਜ਼ਾਦੇ ਦੇ ਸਰੀਰ 'ਚੋਂ ਪ੍ਰਾਣ ਨਿਕਲ ਗਏ, ਜਾਨ ਨਿਕਲ ਗਈ। ਪਰ ਦੁਖਦਾਈ ਸ਼ਹਾਦਤ ਸੀ ਬਾਬਾ ਫਤਿਹ ਸਿੰਘ ਦੀ। 5, 5.5, 6 ਵਰਿਆਂ ਦਾ ਗੁਰੂ ਕਾ ਛੋਟਾ ਜਿਹਾ ਮਾਸੂਮ ਬੱਚਾ। ਸਾਡੇ ਘਰਿਆਂ 'ਚ ਛੋਟੇ ਛੋਟੇ 5-6 ਵਰਿਆਂ ਦੇ ਬੱਚੇ ਹੁੰਦੇ ਨੇ। ਦੇਖੋ, ਉਹ ਕਹਿੰਦੇ ਹਨ ਕਿ ਬਾਬਾ ਫਤਿਹ ਸਿੰਘ ਦਾ ਸਿਰ ਧੜ ਤੋਂ ਜਦੋਂ ਵੱਖ ਕੀਤਾ ਨਾ, ਤੇ ਕਰੀਬਨ ਅੱਧੀ ਘੜੀ 12 ਮਿੰਟਾਂ ਤੱਕ ਬਾਬਾ ਫਤਿਹ ਸਿੰਘ ਦੇ ਪੈਰ ਤੜਫਦੇ ਰਹੇ ਹਨ। ਫਿਰ ਜਾ ਕੇ ਸਰੀਰ 'ਚੋਂ ਪ੍ਰਾਣ ਨਿਕਲੇ, ਜਾਨ ਨਿਕਲੀ। ਬਾਬਾ ਫਤਿਹ ਸਿੰਘ ਦੀ ਸ਼ਹਾਦਤ ਹੋਈ। ਜੁਝਾਰ ਸਿੰਘ ਦੀ ਉਧਰ ਮਾਂ ਗੁਜਰੀ ਨੂੰ ਵੀ ਠੰਡੇ ਬੁਰਜ ਤੋਂ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਜਿੰਨਾ ਵੀ ਇੱਥੇ ਸਾਕਾ ਵਰਤਿਆ ਸੀ, ਸਾਰਾ ਸਾਕਾ ਜਾ ਕੇ ਫਿਰ ਨੂਰੇ ਮਾਹੀ ਨੇ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰਾਏ ਕੋਟ ਵਿਖੇ ਦੱਸਿਆ ਕਿ ਮਹਾਰਾਜ ਜ਼ਾਲਮਾਂ ਨੇ ਜ਼ੁਲਮ ਦੀ ਇੰਤਹਾ ਕਰਦਿਆਂ ਹੋਇਆਂ ਤੇ ਤੁਹਾਡੇ ਛੋਟੇ ਛੋਟੇ ਬੱਚਿਆਂ ਤੇ ਆ ਜ਼ੁਲਮ ਢਾ ਕੇ ਤੇ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ, ਮਾਂ ਗੁਜਰੀ ਨੂੰ ਸ਼ਹੀਦ ਕਰ ਦਿੱਤਾ। ਧੰਨ ਜਿਗਰਾ ਕਲਗੀਆਂ ਵਾਲੇ ਦਾ। ਉਥੇ ਵੀ ਰਸਨਾ ਤੋਂ ਇਹੀ ਬਚਨ ਨਿਕਲੇ ਕਿ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ। ਜ਼ਫਰਨਾਮਾ ਮਹਾਰਾਜ ਨੇ ਦੀਨੇ ਕਾਂਗੜ ਤੋਂ ਜਦੋਂ ਲਿਖਿਆ ਨਾ ਔਰੰਗਜ਼ੇਬ ਵੱਲ, ਉਥੇ ਫਿਰ ਸਤਿਗੁਰਾਂ ਨੇ ਕਿਹਾ ਸੀ, ਔਰੰਗਜ਼ੇਬ ਕੀ ਹੋਇਆ, ਤੂੰ ਮੇਰੇ 4 ਪੁੱਤ ਖਤਮ ਕਰ ਦਿੱਤੇ ਹਨ, ਪਰ ਚੇਤੇ ਰੱਖੀ ਮੇਰਾ 5ਵਾਂ ਪੁੱਤ ਖਾਲਸਾ ਜਿਉਂਦਾ ਹੈ। ਤੇਰੇ ਵਰਗੇ ਜ਼ਾਲਮ ਰਹਿੰਦੀ ਦੁਨੀਆ ਤੱਕ ਸ਼ਮਸ਼ੀਰਾਂ ਚਲਾਉਂਦੇ ਰਹਿਣ, ਤੂੰ ਗੁਰੂ ਗੋਬਿੰਦ ਸਿੰਘ ਦੇ ਪੁੱਤ ਖਤਮ ਨਹੀਂ ਕਰ ਸਕਦਾ, ਕਿਉਂਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ 4 ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਵੇਖੋ, ਜਿਹੜੀਆਂ ਅੱਜ ਆਪਾਂ ਸਰਦਾਰੀਆਂ ਮੰਨਦੇ ਆ ਨਾ, ਲੱਖਾਂ ਦੇ ਵਿੱਚ ਖਲੋਤਾ ਗੁਰੂ ਕਾ ਸਿੱਖ ਵੱਖਰਾ ਦਿਸਦਾ ਹੈ। ਉਹ ਸਾਡੀਆਂ ਸਰਦਾਰੀਆਂ ਸਾਡੇ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਖੜੀਆਂ ਹਨ, ਕਿਉਂਕਿ ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸੀਂ ਆਪ ਚਰਖੜੀਆਂ ਤੇ ਚੜੇ ਹੋਏ ਹਾਂ। ਸਿਰ ਦੇਣ ਦੀ ਜਿੱਥੇ ਹੈ ਫੀਸ ਲੱਗਦੀ, ਅਸੀਂ ਉਹਨਾਂ ਸਕੂਲਾਂ 'ਚ ਪੜ੍ਹੇ ਹੋਏ ਹਾਂ। ਨਹੀਂ ਡਰਪੋਕ ਅਹਿੰਸਾ ਪੁਜਾਰੀ ਨਹੀਂ ਹਾਂ, ਅਸੀਂ ਖੂਨ ਅੰਦਰ ਲਾਈਆਂ ਤਾਰੀਆਂ ਨੇ। ਲੋਕੀ ਐਵੇਂ ਨਹੀਂ ਸਾਨੂੰ ਸਰਦਾਰ ਕਹਿੰਦੇ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਇਹ ਦੁਨੀਆ ਨਹੀਂ ਕੰਮ ਦਿਲਿਆਂ ਦੀ, ਇਹ ਰਣ ਹੈ ਪਵਨ ਸਵਾਰਾਂ ਦਾ। ਇਹ ਜਿਹੜਾ ਸਿੱਖੀ ਦਾ ਮਾਰਗ ਹੈ ਨਾ, ਇਹ ਮਹਾਰਾਜ ਕਹਿੰਦੇ ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਤੇ ਪੁਰਜਾ ਕੱਟ ਮਰੈ ਕਬੂ ਨਾ ਛਾੜਿਆ ਖੇਤ ਦਾ ਮਾਰਗ ਹੈ। ਇਹ ਤੇ ਪਹਿਲਾਂ ਮਰਨ ਕਬੂਲ ਦਾ ਰਸਤਾ ਹੈ।
ਇਹ ਦੁਨੀਆ ਨਹੀਂ ਕੰਮ ਦਿਲਿਆਂ ਦੀ, ਇਹ ਰਣ ਹੈ ਪਵਨ ਸਵਾਰਾਂ ਦਾ। ਜੇ ਨੀਹਾਂ ਦੇ ਵਿੱਚ ਸਿਰ ਹੋਵੇ ਮੁੱਲ ਪੈ ਜਾਂਦਾ ਦੀਵਾਰਾਂ ਦਾ। ਅੱਜ ਵੇਖੋ ਜਿੱਥੇ ਦੀਵਾਰਾਂ 'ਚ ਚਿਣ ਕੇ ਗੁਰੂ ਕੇ ਬੱਚਿਆਂ ਨੂੰ ਜ਼ਾਲਮਾਂ ਨੇ ਸ਼ਹੀਦ ਕੀਤਾ ਸੀ, ਲੱਖਾਂ ਲੋਕ ਉੱਥੇ ਸਿਰ ਝੁਕਾਉਂਦੇ ਹਨ। ਤੇ ਜਿਹੜੇ ਸੋਚਦੇ ਸਨ ਕਿ ਸਾਡੀਆਂ ਹਕੂਮਤਾਂ ਚੱਲ ਰਹੀਆਂ ਹਨ, ਅੱਜ ਉਹਨਾਂ ਦੀਆਂ ਕਬਰਾਂ ਤੇ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਹੈ। ਜੇ ਨੀਹਾਂ ਦੇ ਵਿੱਚ ਸਿਰ ਹੋਵੇ ਮੁੱਲ ਪੈ ਜਾਂਦਾ ਦੀਵਾਰਾਂ ਦਾ। ਜੋ ਸੂਲੀ ਚੜ੍ਹ ਮੁਸਕਰਾਉਂਦੇ ਨੇ ਉਹ ਉੱਚੇ ਰੁਤਬੇ ਪਾਉਂਦੇ ਨੇ। ਅਣਖਾਂ ਤੇ ਇੱਜ਼ਤਾਂ ਵਾਲਿਆਂ ਨੂੰ ਨਹੀਂ ਡਰ ਸ਼ਾਹੀ ਦਰਬਾਰਾਂ ਦਾ। ਇਹ ਦੁਨੀਆ ਨਹੀਂ ਕੰਮ ਦਿਲਿਆਂ ਦੀ, ਇਹ ਰਣ ਹੈ ਪਵਨ ਸਵਾਰਾਂ ਦਾ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਆਪਾਂ ਗੁਰੂ ਕੇ ਬੱਚਿਆਂ ਦੇ ਜੀਵਨ ਤੋਂ, ਉਹਨਾਂ ਦੀਆਂ ਸ਼ਹਾਦਤਾਂ ਤੋਂ ਪ੍ਰੇਰਨਾ ਲਈਏ। ਸਿੱਖੀ ਸਿਦਕ ਪਰੋਸੇ ਨਾਮ ਬਾਣੀ ਦੀਆਂ ਦਾਤਾਂ ਦੇ ਧਾਰਨੀ ਬਣ ਕੇ ਗੁਰੂ ਦੀਆਂ ਖੁਸ਼ੀਆਂ ਲਈਏ। ਅੱਜ ਅੰਮ੍ਰਿਤ ਸੰਚਾਰ ਵੀ ਹੈ ਨਾਮ ਰਸ ਕੀਰਤਨ ਸਮਾਗਮ ਵਿਖੇ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਿਰਦੇ 'ਚ ਵਸਾ ਕੇ ਅੰਮ੍ਰਿਤ ਦੀ ਦਾਤ ਲਵੋ, ਗੁਰੂ ਵਾਲੇ ਬਣੋ। ਕਿਉਂਕਿ ਮਹਾਰਾਜ ਕਹਿੰਦੇ ਪ੍ਰਥਮ ਰਹਿਤ ਜੈ ਜਾਨ, ਖੰਡੇ ਕੀ ਪਾਹੁਲ ਛਕੈ, ਸੋਈ ਸਿੰਘ ਪ੍ਰਧਾਨ, ਅਵਰ ਨਾ ਪਾਹੁਲ ਜੋਲ ਹੈ। ਅੰਮ੍ਰਿਤ ਦੀ ਦਾਤ ਲਵੋ, ਗੁਰੂ ਵਾਲੇ ਬਣੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਮਾਂ ਕਾਫੀ ਉੱਪਰ ਵੀ ਹੋ ਗਿਆ ਹੈ। ਇੱਕ ਛੋਟਾ ਜਿਹਾ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ। ਭੁੱਲਾਂ ਨਾ ਚਿਤਾਰਨੀਆਂ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ।